ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸਤੰਬਰ ਦੀ 29 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਗਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਨਿਸ਼ਾਨ, ਸਨੀ ਪੁਰੇਵਾਲ, ਯੂਬਾ ਸਿਟੀ, ਲਖਬੀਰ ਸਿੰਘ ਸਮਰਾ, ਟੈਕਸਸ, ਹਰਨੇਕ ਸਿੰਘ ਪਾਵਲਾ, ਰੈਂਟਨ, ਵਾਸ਼ਿੰਗਟਨ, H&M ਆਇਲ ਇਨਕਾਰਪੋਰੇਟਡ, Ontario, ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਬਾਸੀ, ਐਲਗਰੋਵ, ਕਰਨੈਲ ਸਿੰਘ ਰੰਧਾਵਾ, ਟਰਲੌਕ, ਗੁਰਨੇਕ ਸਿੰਘ ਬਾਗੜੀ, ਫਰੈਜ਼ਨੋ ਤੇ ਗਰੇਵਾਲ ਟਰੈਵਲਸ, ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ OCI ਵੀਜ਼ਾ ਦੇ ਨਾਲ ਪਾਸਪੋਰਟ ਤੇ ਹੋਰ ਸੇਵਾਵਾਂ ਜਿਹੜੀਆਂ ਲੈ ਸਕਦੇ ਹੋ। ਟੈਕਸ ਪੇਰੋਲ ਦਾ ਕੰਮ ਵੀ ਇਹ ਕਰਦੇ ਨੇ। ਇਹਨਾਂ ਸੇਵਾਵਾਂ ਦੇ ਲਈ ਕਾਲ ਕਰ ਸਕਦੇ ਹੋ ਗਰੇਵਾਲ ਟਰੈਵਲਸ, ਯੂਬਾ ਸਿਟੀ ਵਾਲਿਆਂ ਨੂੰ 5307517605 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਵੀ ਚਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਹੈ, ਪਿਛਲੇ ਕੁਝ ਦਿਨਾਂ ਤੋਂ ਹੀ ਜਦੋਂ ਤੋਂ ਕੈਨੇਡਾ ਤੇ ਇੰਡੀਆ ਦੇ ਵਿੱਚ ਜੋ ਕਲੈਸ਼ ਚੱਲ ਰਹੀ ਆ, ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕਤਲ ਤੋਂ ਬਾਅਦ ਹਰ ਰੋਜ਼ ਦੁਨੀਆ ਦੀਆਂ ਸਭ ਤੋਂ ਜਿਹੜੀਆਂ ਵੱਡੀਆਂ ਅਖਬਾਰਾਂ ਜਾਂ TV ਚੈਨਲਸ ਹੈਗੇ ਆ, ਹਰ ਰੋਜ਼ ਇੱਕ ਨਾ ਇੱਕ ਆਰਟੀਕਲ ਲਿਖ ਰਹੇ ਹੈਗੇ ਆ। ਜੇ ਅੱਜ ਦੇ ਵੀ ਮੇਨ ਦੱਸਦੇ ਜਾਈਏ ਤੇ CNN ਨੇ ਕਿਹਾ ਕਿ 53 ਤੋਂ ਵੱਧ ਜਿਹੜੇ ਸਾਈਟਸ ਆ ਨੇਸ਼ਨ ਵਾਈਡ ਇੰਡੀਆ ਦੇ ਵਿੱਚ, ਇੰਡੀਆ ਦੀ ਸਰਕਾਰ ਨੇ ਉਹਨਾਂ ਦੇ ਉੱਤੇ ਕ੍ਰੈਕਡਾਊਨ ਕੀਤਾ ਆ। ਸੋ ਉਹ ਪੂਰੀ ਜਿੱਦਾਂ ਬਦਨਾਮੀ ਕਰਨ ਲੱਗੇ ਹੋ ਆ ਕਿ ਸਿੱਖਾਂ ਦੀ ਪਤਾ ਨਹੀਂ ਉੱਥੇ ਕਿੱਡੀ ਤਗੜੀ ਮੂਵਮੈਂਟ ਚੱਲ ਰਹੀ ਆ, ਕਿੰਨਾ ਕਿਤੇ ਮਰਮਰਈਆ ਹੋ ਰਿਹਾ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਕੁਝ ਨਹੀਂ ਹੋ ਰਿਹਾ। ਸੋ ਇਸੇ ਤਰ੍ਹਾਂ NVR ਨੇ ਇੱਕ ਬਹੁਤ ਵੱਡਾ ਜਿਹੜਾ ਆਰਟੀਕਲ ਲਿਖਿਆ ਆ। ਉਹਨਾਂ ਨੇ ਕਿਹਾ ਵੀ ਜਿਹੜੇ ਸਿੱਖ ਸੈਪਰੇਟਿਜ਼ਮ ਹੈਗਾ ਆ, ਉਹਦੀ ਕੋਈ ਬਾਹਲੀ ਨਹੀਂ ਅਟੈਂਸ਼ਨ ਦਿੰਦੇ ਵੈਸਟਰਨ ਮੁਲਕ ਜਿਹੜੇ ਹੈਗੇ, ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਬਿਲਕੁਲ ਪੀਸਫੁਲ ਜਿਹੜਾ ਆ ਪ੍ਰੋਟੈਸਟ ਉਹ ਚੱਲ ਰਿਹਾ ਹੈਗਾ। ਤੇ ਇਸੇ ਤਰ੍ਹਾਂ ਨਿਊਯਾਰਕ ਟਾਈਮ ਨੇ ਵੀ ਜੋ ਆ ਉਹ ਆਰਟੀਕਲ ਇੱਕ ਬਹੁਤ ਵੱਡਾ ਲਿਖਿਆ। ਕਹਿੰਦੇ ਵੀ ਸਿੱਖ ਸੈਪਰੇਟਿਜ਼ਮ ਇੱਕ ਨੌਨ ਇਸ਼ੂ ਆ ਇੰਡੀਆ ਦੇ ਵਿੱਚ, ਇਹ ਪੋਲੀਟੀਕਲ ਬੋਗੀਮੈਨ ਬਣਾਇਆ ਹੋਇਆ ਹੈਗਾ। ਸੋ ਬਹੁਤ ਸਾਰੇ ਆਰਟੀਕਲ ਹਰ ਰੋਜ਼ ਇਸ ਦੇ ਬਾਰੇ ਲਿਖੇ ਜਾ ਰਹੇ ਹੈਗੇ ਆ। ਅੱਜ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰਨ ਜਾ ਰਹੇ ਆ, ਆਪਣੇ ਜੋ ਸੈਕਟਰੀ ਆਫ ਸਟੇਟ ਆ USA ਦੇ, ਟੋਨੀ ਬਲਿੰਕਨ, ਉਹ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਹੈਗੇ ਆ, ਉਹ ਇੱਥੇ ਵਿਜ਼ਿਟ ਕਰਨ ਆਏ ਹੋ ਸੀ UN ਦੇ ਵਿੱਚ। ਤੇ ਉੱਥੇ ਉਹਨਾਂ ਦੀ ਜਿਹੜੀ ਗੱਲਬਾਤ ਆ ਇਸ ਇਸ਼ੂ ਦੇ ਉੱਤੇ ਹੋਈ ਹੈਗੀ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਕਿਹਾ ਸੀ ਅਮਰੀਕਨ ਅਥਾਰਟੀਜ਼ ਨੂੰ ਕਿ ਤੁਹਾਨੂੰ ਜਿਹੜੀ ਹੈ ਇਹ ਗੱਲਬਾਤ ਇੰਡੀਆ ਵਾਲਿਆਂ ਦੇ ਨਾਲ ਕਰਨੀ ਚਾਹੀਦੀ ਹੈਗੀ ਆ, ਜੋ ਸਾਡੀ ਧਰਤੀ ਤੇ ਸਾਡਾ ਹੀ ਸਿਟੀਜ਼ਨ ਜਿਹੜਾ ਆ ਕਿਸੇ ਬਾਹਰਲੀ ਸਰਕਾਰ ਵੱਲੋਂ ਮਾਰਿਆ ਗਿਆ ਹੋਵੇ। ਸੋ US ਦੇ ਆਫੀਸ਼ੀਅਲਸ ਨੇ ਕਨਫਰਮ ਕੀਤਾ ਹੈ ਵੀ ਟੋਨੀ ਬਲਿੰਕਨ ਹੋਣੀ ਇੰਡੀਆ ਦੇ ਫੋਰਨ ਮਿਨਿਸਟਰ ਜੈ ਸ਼ੰਕਰ ਸੁਬਰਾਮਨੀਅਮ ਦੇ ਨਾਲ ਕੱਲ ਮਿਲੇ ਹੈਗੇ ਆ ਤੇ ਉਹਨਾਂ ਨੇ ਇੰਡੀਅਨ ਮਿਨਿਸਟਰ ਨੂੰ ਇਹ ਕਿਹਾ ਵੀ ਸਾਡੇ ਨਾਲ ਕੋਆਪਰੇਟ ਕਰੋ, ਕੈਨੇਡੀਅਨ ਇਨਵੈਸਟੀਗੇਸ਼ਨ ਦੇ ਨਾਲ ਕੋਆਪਰੇਟ ਕਰੋ ਤਾਂ ਕਿ ਇਸ ਇਸ਼ੂ ਨੂੰ ਸੁਲਝਾਇਆ ਜਾ ਸਕੇ। ਪਰ ਜਦੋਂ ਮੀਟਿੰਗ ਹੋਈ ਉਹ ਤੋਂ ਬਾਅਦ ਦੋਨਾਂ ਨੇ ਇਸ ਇਸ਼ੂ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਹੈ। ਬਿਲਕੁਲ। ਸੋ ਕਈ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਕਿਉਂਕਿ UN ਦੇ ਦੌਰੇ ਨੂੰ ਜਿਹੜੇ ਜੈ ਸ਼ੰਕਰ ਉਹ ਪਹੁੰਚੇ ਆ ਤੇ ਉੱਥੇ ਨਾਲ ਅਮਰੀਕਾ ਦੇ ਨਾਲ ਇਹਨਾਂ ਦੀ ਵਾਰਤਾਲਾਪ ਹੋਈ ਆ। ਤੇ ਇਹੀ ਦੱਸਿਆ ਜਾ ਰਿਹਾ ਵੀ ਜਿਹੜੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਆ, ਉਹਨਾਂ ਨੇ ਆਪਣੇ ਇੰਡੀਅਨ ਕਾਊਂਟਰ ਪਾਰਟ ਜਾਣੀ ਕਿ ਜੈ ਸ਼ੰਕਰ ਹੋਣਾ ਦੇ ਨਾਲ ਵਾਸ਼ਿੰਗਟਨ 'ਚ ਗੱਲਬਾਤ ਕਰਦੇ ਹੋਏ ਇੰਡੀਆ ਨੂੰ ਫਿਰ ਇਹੀ ਗੁਹਾਰ ਲਾਈ ਆ ਭਾਈ ਜਿਹੜਾ ਕੈਨੇਡਾ ਇਨਵੈਸਟੀਗੇਸ਼ਨ ਕਰ ਰਿਹਾ, ਜਿਹੜੇ ਸਿੱਖ ਲੀਡਰ ਦੀ
ਕਤਲ ਨੂੰ ਲੈ ਕੇ, ਕਿਲਿੰਗ ਆਫ ਜਿਹੜਾ ਸਿੱਖ ਲੀਡਰ ਆ ਉਹਨਾਂ ਦੀ ਹੀ ਧਰਤੀ ਤੇ, ਉਸ ਦੇ ਵਿੱਚ ਤੁਸੀਂ ਜਿਹੜਾ ਉਹ ਪੂਰਾ ਸਾਥ ਦਿਓ। ਉਂਝ ਦੱਸਿਆ ਜਾਵੇ ਤਾਂ ਕਹਿੰਦੇ ਵੀ ਮੀਟਿੰਗ ਦੇ ਮਿੰਟਸ ਦੇ ਵਿੱਚ ਜਾਂ ਉਹਨਾਂ ਨੇ ਬਾਅਦ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਇਸ ਬਾਬਤ ਕੋਈ ਗੱਲਬਾਤ ਨਹੀਂ ਕੀਤੀ। ਪਰ ਮੀਟਿੰਗ ਦੇ ਵਿੱਚ ਬੈਠੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਜਿਹੜਾ ਰਿਊਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਬਲਿੰਕਨ ਹੋਣਾ ਨੇ ਕੈਨੇਡੀਅਨ ਮੈਟਰ ਨੂੰ ਆਪਣੀ ਇਸ ਮੀਟਿੰਗ ਦੇ ਵਿੱਚ ਚੁੱਕਿਆ ਸੀਗਾ ਤੇ ਨਵੀਂ ਨਿਊ ਦਿੱਲੀ ਨੂੰ ਬੇਸਿਕਲੀ ਇੰਡੀਆ ਨੂੰ ਇਸ ਵਿੱਚ ਕੋਆਪਰੇਟ ਕਰਨ ਦੀ ਲਈ ਆਖਿਆ ਸੀ। ਮੀਟਿੰਗ ਤੋਂ ਪਹਿਲਾਂ ਸਟੇਟ ਦੇ ਡਿਪਾਰਟਮੈਂਟ ਦੇ ਜਿਹੜੇ ਸਪੋਕਸ ਪਰਸਨ ਸੀਗੇ ਮੈਥਿਊ ਮਿਲਰ, ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਵਾਸ਼ਿੰਗਟਨ 'ਚ ਕਿਹਾ ਵੀ ਅਸੀਂ ਕੰਸਿਸਟੈਂਟਲੀ ਇੰਗੇਜਡ ਹਾਂ, ਗੱਲਬਾਤ ਜਿਹੜੀ ਅਸੀਂ ਕਰ ਰਹੇ ਹਾਂ ਇੰਡੀਆ ਦੇ ਨਾਲ ਇਸ ਇਸ਼ੂ ਦੇ ਉੱਤੇ, ਤੇ ਬਾਰ-ਬਾਰ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਕੈਨੇਡਾ ਦੇ ਨਾਲ ਇਸ ਇਨਵੈਸਟੀਗੇਸ਼ਨ ਦੇ ਵਿੱਚ ਗੱਲਬਾਤ ਤੁਸੀਂ ਜਿਹੜਾ ਉਹ ਕਰੋ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਸੀਗਾ ਵੀ ਉਹ ਐਕਸਪੈਕਟ ਕਰਦੇ ਆ ਐਂਟਨੀ ਬਲਿੰਕਨ ਨੂੰ ਵੀ ਆਪਣੀ ਇਸ ਮੀਟਿੰਗ ਦੇ ਵਿੱਚ ਇਸ ਨੂੰ ਉਠਾਉਣਗੇ। ਤੇ ਜੋ ਅੰਦਰਲੇ ਹਵਾਲੇ ਆ ਰਹੇ ਆ ਹੁਣ ਉੱਥੇ ਇਹੀ ਲੱਗ ਰਿਹਾ ਵੀ ਐਂਟਨੀ ਬਲਿੰਕਨ ਨੇ ਹੁਣ ਸਿੱਧਾ ਫੋਰਨ ਮਿਨਿਸਟਰ ਜੈ ਸ਼ੰਕਰ ਨੂੰ ਵੀ ਇਸ ਬਾਬਤ ਗੱਲਬਾਤ ਕੀਤੀ ਆ। ਕੈਨੇਡੀਅਨ ਸਿਟੀਜ਼ਨ ਦੀ ਕੈਨੇਡੀਅਨ ਸੋਇਲ ਦੇ ਉੱਤੇ ਜਿਹੜਾ ਕਤਲ ਕੀਤਾ ਗਿਆ ਆ ਉਸ ਨੂੰ ਲੈ ਕੇ, ਕਿਉਂਕਿ ਜਿਹੜੀ 5 ਆਈਜ਼ ਦੀ ਇੰਟੈਲੀਜੈਂਸ, ਕੈਨੇਡਾ ਦੀ ਇੰਟੈਲੀਜੈਂਸ ਇਸੇ ਵਾਲੇ ਪਾਸੇ ਨੂੰ ਇਸ਼ਾਰਾ ਕਰ ਰਹੀ ਆ ਵੀ ਇੰਡੀਅਨ ਸਰਕਾਰ ਇਸ ਕਤਲ ਦੇ ਵਿੱਚ ਸ਼ਾਮਲ ਹੋ ਸਕਦੀ ਆ। ਕੱਲ CBC ਨੇ ਇੱਕ ਹੋਰ ਇਸ ਦੇ ਬਾਬਤ ਇੱਕ ਨਵੀਂ ਰਿਪੋਰਟ ਕੀਤੀ ਵੀ ਉਸੇ ਹੀ ਗੁਰੂ ਘਰ ਦੇ ਇੱਕ ਹੋਰ ਸੇਵਾਦਾਰ ਦੇ ਉੱਤੇ ਵੀ ਨਿਸ਼ਾਨਾ ਜਿਹੜਾ ਉਹ ਸਾਧਿਆ ਜਾ ਸਕਦਾ ਆ। ਆਈ ਥਿੰਕ ਉਹਨਾਂ ਨੇ ਉਹਨਾਂ ਦਾ ਨਾਮ ਵੀ ਲਿਆ ਸੀ, ਸ਼ਾਇਦ ਮਨਪ੍ਰੀਤ ਉਹਨਾਂ ਦਾ ਨਾਮ ਦੱਸ ਰਹੇ ਸੀਗੇ, ਮਨਪ੍ਰੀਤ ਤੂਰ ਕਰਕੇ ਕੁਛ, ਤੇ ਉਹ ਉਹਨਾਂ ਦੇ ਉੱਤੇ ਵੀ ਜਿਹੜੇ ਕਹਿੰਦੇ ਆ ਵੀ ਨਿਸ਼ਾਨਾ ਜਿਹੜਾ ਉਹ ਹੋ ਸਕਦਾ। ਸੋ ਇਹ ਇੱਕ ਨਵੀਂ ਚੀਜ਼ ਜਿਹੜੀ ਉਹ ਵਾਪਰ ਰਹੀ ਹੈ। ਨਾਮ ਹੋ ਸਕਦਾ ਮੈਂ ਗਲਤ ਲੈ ਲਿਆ ਹੋਵਾਂ, ਉਸ ਚੀਜ਼ ਦੇ ਲਈ ਮਾਫੀ, ਪਰ ਉਹਨਾਂ ਨੇ ਉਸੇ ਹੀ ਗੁਰੂ ਘਰ ਦੇ ਇੱਕ ਹੋਰ ਸੇਵਾਦਾਰ ਦਾ ਨਾਮ ਜਿਹੜਾ ਉਹਨਾਂ ਨੇ ਲਿਆ ਸੀ CBC ਨੇ ਵੀ ਭਾਈ ਇਹਨਾਂ ਦੀ ਵੀ ਜਾਨ ਨੂੰ ਹੁਣ ਖਤਰਾ ਹੋ ਸਕਦਾ ਹੈ। ਕੈਲੀਫੋਰਨੀਆ ਦੇ ਜੋ ਜਿੰਨੇ ਵੀ ਇਲੈਕਟਡ ਆਫੀਸ਼ੀਅਲਸ ਹੈਗੇ ਆ, ਸਿੱਖ ਇਲੈਕਟਡ ਆਫੀਸ਼ੀਅਲਸ, ਉਹਨਾਂ ਨੇ ਜੋ ਸਿੱਖ ਕਾਕਸ ਆ ਤੇ ਅਮਰੀਕਨ ਕਾਂਗਰੈਸ਼ਨਲ ਇੰਡੀਆ ਜੋ ਇੱਕ ਕਾਕਸ ਹੈਗੀ ਆ, ਉਹਨਾਂ ਸਾਰਿਆਂ ਨੂੰ ਲੈਟਰ ਲਿਖਿਆ ਹੈ ਵੀ ਜੋ ਕੁਝ ਕੈਨੇਡਾ 'ਚ ਵਾਪਰਿਆ ਉਹ ਤੋਂ ਬਾਅਦ ਜਿਸ ਤਰ੍ਹਾਂ FBI ਨੇ ਅਮਰੀਕਾ ਦੇ ਕੁਝ ਸਿੱਖ ਸਿਟੀਜ਼ਨਸ ਨੂੰ ਵਾਰਨਿੰਗ ਦਿੱਤੀ ਵੀ ਤੁਹਾਡੇ ਤੇ ਵੀ ਉਦਾਂ ਦਾ ਜਿਹੜਾ ਅਟੈਕ ਹੋ ਸਕਦਾ ਹੈਗਾ, ਉਹਦੀ ਜਿਹੜੀ ਆ ਉਹਦਾ ਸਿਕਿਉਰਿਟੀ ਸਿੱਖਾਂ ਨੂੰ ਦਿੱਤੀ ਜਾਵੇ। ਸਿੱਖਾਂ ਦੇ ਲਈ ਬਹੁਤ ਵੱਡਾ ਇਹ ਰਿਸਕ ਹੈਗਾ ਤੇ ਇਹਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਇਹਦੀ ਜਿਹੜੀ ਬਰੀਫਿੰਗ ਆ ਉਹ ਸਾਰੇ ਹੀ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨਾਲ ਸ਼ੇਅਰ ਕੀਤੀ ਜਾਵੇ। ਜੀ, ਵੱਖ-ਵੱਖ ਥਾਵਾਂ ਦੇ ਉੱਤੇ ਆਵਾਜ਼ ਜਿਹੜੀ ਆ ਇਸ ਦੇ ਲਈ ਚੱਕੀ ਜਾ ਰਹੀ ਹੈ। ਕਾਫੀ ਜਿਹੜੀਆਂ ਆਰਗੇਨਾਈਜੇਸ਼ਨ ਤੇ ਇਲੈਕਟਡ ਅਫੀਸ਼ੀਅਲਸ ਆ ਉਹਨਾਂ ਨੇ ਇਸ ਚਿੱਠੀ ਨੂੰ ਲਿਖਿਆ ਆ। ਕੱਲ ਜਿਹੜੀ ਮਨਪ੍ਰੀਤ ਕੌਰ ਜਿਹੜੀ ਬੇਕਰਸਫੀਲਡ ਦੀ ਸਿਟੀ ਕੌਂਸਲ, ਉਹਨੇ ਸਿਟੀ ਕੌਂਸਲ ਦੇ ਵਿੱਚ ਵੀ ਇਸ ਮੁੱਦੇ ਨੂੰ ਜਿਹੜਾ ਉਹ ਚੁੱਕਿਆ ਸੀਗਾ। ਸੋ ਜਿੱਥੇ ਵੀ ਮੌਕਾ ਲੱਗ ਰਿਹਾ ਆ ਪੰਜਾਬੀਆਂ ਨੂੰ, ਸਿੱਖਾਂ ਨੂੰ, ਜਿੱਥੇ ਵੀ ਉਹ ਇਲੈਕਟਡ ਨੇ, ਉਹ ਇਸ ਆਵਾਜ਼ ਨੂੰ ਜਿਹੜਾ ਉਹਨਾਂ ਨੂੰ ਜ਼ਰੂਰ ਚੱਕਣਾ ਚਾਹੀਦਾ ਆ ਤੇ ਉਹ ਲਗਾਤਾਰ ਚੁੱਕ ਰਹੇ ਹੈਗੇ ਆ। ਤੁਸੀਂ CBC ਦੀ ਮੇਨ ਵੈਬਸਾਈਟ ਖੋਲ ਲਓ ਤਾਂ ਪਹਿਲਾ ਜਿਹੜੇ ਸਪੌਟਲਾਈਟ ਉਹਨਾਂ ਦੀ ਮੇਨ ਟੌਪ ਦੀਆਂ ਜਿਹੜੀਆਂ ਨਿਊਜ਼ ਆ ਸਾਰੀਆਂ ਦੀਆਂ ਸਾਰੀਆਂ ਜਿਹੜੇ ਕੈਨੇਡੀਅਨ ਸਿੱਖ ਐਕਟਿਵਿਸਟ ਮਰਡਰ ਭਾਈ ਨਿੱਜਰ ਉਹਨਾਂ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਖਬਰਾਂ ਆ ਉਹ ਟੌਪ ਦੇ ਉੱਤੇ ਇਸ ਟਾਈਮ ਉੱਥੇ ਚੱਲ ਰਹੀਆਂ ਹੈਗੀਆਂ ਆ, ਕਿਉਂਕਿ ਇਹ ਮੁੱਦਾ ਇਸ ਟਾਈਮ ਬਹੁਤ ਹੀ ਜ਼ਿਆਦਾ ਗੰਭੀਰ ਰੂਪ ਜਿਹੜਾ ਆ ਅਖਤਿਆਰ ਕਰ ਚੁੱਕਾ ਆ। ਜਵਾਬ ਵਜੋਂ ਇੱਕ ਦੂਜੇ ਦੇ ਡਿਪਲੋਮੈਟ ਕੱਢਣ ਤੋਂ ਬਾਅਦ ਇੰਡੀਆ ਨੇ ਜਿਹੜਾ ਵੀਜ਼ਾ ਸਰਵਿਸ ਦੀਆਂ ਸੇਵਾਵਾਂ ਸੀ ਉਹਨਾਂ ਨੂੰ ਸਸਪੈਂਡ ਕੀਤਾ ਹੈ ਕੈਨੇਡੀਅਨ ਸਿਟੀਜ਼ਨਸ ਦੇ ਲਈ ਵੀ। ਸੋ ਹੁਣ ਦੇਖੋ ਕੀ ਜਿਹੜਾ ਉਹ ਹੁੰਦਾ ਆ। ਇੰਡੀਆ ਦੀ ਮਿਨਿਸਟਰੀ ਕਹਿੰਦੀ ਆ ਵੀ ਅਸੀਂ ਇਸ ਸਿਚੁਏਸ਼ਨ ਨੂੰ ਰੋਜ਼ਾਨਾ ਦੇਖ ਰਹੇ ਹੈਗੇ ਆ। ਇਸੇ ਤਰ੍ਹਾਂ ਇੱਕ ਸਾਊਥ ਚਾਈਨਾ ਮਾਰਨਿੰਗ ਪੋਸਟ ਹੈਗੀ ਆ, ਉਹਨਾਂ ਨੇ ਵੀ ਇਹ ਕਿਹਾ ਹੈ ਵੀ ਜਿਹੜੀ ਇੰਡੀਆ ਦਾ ਤੇ ਪਾਕਿਸਤਾਨ ਦਾ ਜੋ ਰਿਲੇਸ਼ਨ ਆ ਉਸ ਤੋਂ ਬਾਅਦ ਜਿਹੜਾ ਜੋ ਬਾਈਡਨ ਦੀ ਸਰਕਾਰ ਆ ਉਹਨਾਂ ਦੇ ਲਈ ਵੀ ਇਹ ਇੱਕ ਵੱਡੀ ਪ੍ਰੋਬਲਮ ਹੋਊਗੀ, ਕਿਉਂਕਿ 5 ਆਈਜ਼ ਨੈਟਵਰਕ ਸਾਰਾ ਇਕੱਠਾ ਆ ਜਿਹਦੇ ਵਿੱਚ US ਹੈਗਾ ਆ। US ਦੇ ਇਨਵੈਸਟਰ ਨੇ ਕੈਨੇਡਾ ਨੂੰ ਕਿਹਾ ਵੀ ਜਿਹੜੀ ਇੰਟੈਲੀਜੈਂਸ ਸ਼ੇਅਰ ਕੀਤੀ ਗਈ ਸੀ ਸਾਡੇ ਨਾਲ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਵਿੱਚ,
ਸੋ ਇਹ ਇਕੱਲਾ ਕੈਨੇਡਾ ਤੱਕ ਸੀਮਿਤ ਨਹੀਂ, ਇਹ ਆਉਣ ਵਾਲੇ ਦਿਨਾਂ 'ਚ ਤੁਸੀਂ ਇਹਦੇ ਬਾਰੇ ਬਹੁਤ ਕੁਛ ਸੁਣੋਗੇ, ਦੇਖੋਗੇ ਕੀ ਕੁਝ ਜਿਹੜਾ ਦੁਨੀਆ ਲੈਵਲ ਦੇ ਉੱਤੇ ਵਾਪਰ ਰਿਹਾ ਹੈ। ਜੀ, ਜੀ। ਸੋ ਪ੍ਰੈਜ਼ੀਡੈਂਟ ਦੀ ਇਸ ਗੱਲ ਨੂੰ ਚੱਕਣਾ, ਪ੍ਰੈਜ਼ੀਡੈਂਟ ਬਾਈਡਨ ਨੇ ਸਿੱਧੀ ਮੋਦੀ ਦੇ ਨਾਲ ਇਸ ਬਾਰੇ ਗੱਲ ਕੀਤੀ। ਹੁਣ ਦੁਬਾਰਾ ਜਿਹੜੀ ਇਹ ਮੀਟਿੰਗ ਹੋਈ ਆ, ਇਸ ਦੇ ਵਿੱਚ ਐਂਟਨੀ ਬਲਿੰਕਨ ਆ, ਉਹਨਾਂ ਨੇ ਜੈਸ਼ੰਕਰ ਦੇ ਨਾਲ ਗੱਲ ਕੀਤੀ ਹੈਗੀ ਆ। ਸੋ ਇੱਥੋਂ ਇਹੀ ਜਿਹੜਾ ਉਹ ਪਤਾ ਲੱਗ ਰਿਹਾ ਆ ਵੀ ਇਹ ਸਾਰੀਆਂ ਚੀਜ਼ਾਂ ਕਿੱਦਾਂ ਜਿਹੜੀਆਂ ਚੱਲ ਰਹੀਆਂ ਆ। ਇੱਕ ਚੀਜ਼ ਹੋਰ ਰੀਸੈਂਟਲੀ ਵਾਪਰੀ ਯੂਐਨ ਦੇ ਵਿੱਚ ਵੀ। ਯੂਐਨ ਦੇ ਵਿੱਚ ਜਦ ਯੂਐਨ ਨੂੰ ਅੰਬੈਸਡਰ ਸੀਗੇ ਜਿਹੜੇ ਕੈਨੇਡਾ ਦੇ, ਉਹਨਾਂ ਨੇ ਗੱਲਬਾਤ ਕੀਤੀ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇੰਡੀਆ ਦੀ ਅੰਬੈਸਡਰ ਆ ਯੂਐਨ ਨੂੰ, ਉਹਨੇ ਕਹਿੰਦੇ ਵੀ ਕੈਨੇਡੀਅਨ ਅੰਬੈਸਡਰ ਨੂੰ ਸਾਈਡ ਤੇ ਲਿਆ ਕੇ ਕਿਹਾ ਵੀ ਭਾਈ ਅਸੀਂ ਗੱਲਬਾਤ ਕਰਨ ਨੂੰ ਰੈਡੀ ਹੈਗੇ ਹਾਂ, ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਹੁਣ ਟਰਾਈ ਕਰ ਰਹੇ ਆ ਵੀ ਜਿਹੜੀ ਇਸ ਟਾਈਮ ਇੰਡੀਆ ਦੀ ਖਿੱਲੀ ਉੱਡ ਰਹੀ ਆ ਤੇ ਜਿੰਨੀ ਬਦਨਾਮੀ ਉਹਨਾਂ ਦੀ ਹੋ ਰਹੀ ਆ ਤੇ ਜਿਹੜਾ ਚਿਹਰਾ ਨੰਗਾ ਹੋ ਰਿਹਾ ਆ ਵੀ ਉਸ ਦੇ ਵਿੱਚ ਉਹਨਾਂ ਨੂੰ ਕੋਈ ਸਾਥ ਜਿਹੜਾ ਆ ਉਹ ਹੁਣ ਮਿਲੇ। ਕਿਉਂਕਿ ਜੇ ਦੇਖਿਆ ਜਾਵੇ ਤਾਂ ਇਸ ਟਾਈਮ ਬਹੁਤੇ ਮੁਲਕ ਕੈਨੇਡਾ ਦੇ ਨਾਲ ਆ, ਇੰਡੀਆ ਦੇ ਹੱਕ ਦੇ ਵਿੱਚ ਕਿਸੇ ਦਾ ਵੀ ਜਿਹੜਾ ਉਹ ਕਹਿ ਲਓ ਵੀ ਉਹ ਆ ਕੇ ਲੱਗਦਾ ਨਹੀਂ ਹੈਗਾ। ਸੋ ਹੁਣ ਦੇਖੋ ਕੀ ਹੁੰਦਾ ਆ, ਅੱਗੇ ਇਹਨਾਂ ਨੇ ਕੀ ਕਰਨਾ ਆ, ਕੀ ਕੋਈ ਮੁੱਦਾ ਜਿਹੜਾ ਅੱਗੇ ਤੱਕ ਕੀ ਚੱਲਦਾ। ਪਰ ਅਮਰੀਕਾ ਲਗਾਤਾਰ ਇੰਡੀਆ ਦੇ ਉੱਤੇ ਇਸ ਬਾਬਤ ਦਬਾਅ ਜਿਹੜਾ ਉਹ ਪਾ ਰਿਹਾ ਹੈ। ਗਾਹੇ ਬਗਾਹੇ ਜਿੱਥੇ ਵੀ ਮੌਕਾ ਮਿਲਦਾ ਆ ਭਾਈ ਨਿੱਜਰ ਹੁਣਾਂ ਦੇ ਕਤਲ ਨੂੰ ਲੈ ਕੇ ਉਹ ਮੁੱਦੇ ਨੂੰ ਜਿਹੜਾ ਉਹ ਜ਼ਰੂਰ ਚੁੱਕ ਰਹੇ ਹੈਗੇ ਆ। ਜੀ, ਤੇ ਦੂਸਰੇ ਪਾਸੇ ਪੰਜਾਬ ਤੋਂ ਖਬਰ ਇਹ ਆ ਰਹੀ ਆ ਵੀ ਦਰਬਾਰ ਸਾਹਿਬ ਦੇ ਬਾਹਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਜੋ ਆ ਭਾਰਤ ਦੀ ਸਰਕਾਰ ਦੇ ਉਲਟ ਮੁਜ਼ਾਹਰਾ ਕੀਤਾ ਹੈ ਵੀ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਜਿਹੜੇ ਕਾਤਲ ਆ ਉਹ ਕੈਨੇਡਾ ਨੂੰ ਫੜਾਏ ਜਾਣ। ਤੇ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਹਰਦੀਪ ਸਿੰਘ ਨਿੱਜਰ ਹੁਣੀ 25 ਸਾਲ ਤੋਂ ਪੰਜਾਬ ਨੂੰ ਛੱਡ ਚੁੱਕੇ ਆ। ਤੇ ਤੁਸੀਂ ਹਿਸਾਬ ਲਾ ਲਓ ਵੀ ਬਾਅਦ ਦੇ ਵਿੱਚ ਜਿਹੜੀ ਉੱਥੇ ਦੀ ਸਰਕਾਰ ਆ ਜੋ ਮਰਜ਼ੀ ਬਲੇਮ ਕਰਕੇ ਕਿਸੇ ਨੂੰ ਅੱਤਵਾਦੀ ਬਣਾ ਦੇ, ਪਰ ਇੰਡੀਆ ਦਾ ਜੋ ਗੋਦੀ ਮੀਡੀਆ ਆ ਉਹ ਅੱਜ ਤੱਕ ਵੀ ਸ਼ਰੇਆਮ ਜ਼ਹਿਰ ਜਿਹੜੀ ਆ ਉਹ ਭੁਗਤ ਰਿਹਾ ਆ। ਕੱਲਾ ਹੁਣ ਹਰਦੀਪ ਸਿੰਘ ਨਿੱਜਰ ਨਹੀਂ, ਸਿੰਗਰਾਂ ਦੇ ਦੁਆਲੇ ਹਰ ਇੱਕ ਜਿਹੜਾ ਬੰਦਾ ਕੋਈ ਪੰਜਾਬ ਦੀ ਵੀ ਗੱਲ ਕਰਦਾ ਆ ਉਹਨਾਂ ਨੂੰ ਸ਼ਰੇਆਮ ਜਿਹੜਾ ਆ ਅੱਤਵਾਦੀ ਡਿਕਲੇਅਰ ਕਰ ਰਹੇ ਆ। ਅੱਜ ਇੱਕ ਮੈਂ ਦੇਖ ਰਿਹਾ ਸੀ ਉਹਨੇ ਜਿੰਨੇ ਵੀ ਸਿੰਗਰਸ ਜਿਹੜੇ ਖਾਸ ਕਰਕੇ ਕਿਤੇ ਸਿੱਖ ਕੌਮ ਦੀ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਦੇ ਗਾਣੇ ਲਾ ਲਾ ਕੇ ਨਾਲ ਸੰਤ ਜਰਨੈਲ ਸਿੰਘ ਉਹਨਾਂ ਦੇ ਸ਼ਬਦ ਜੋ ਉਹਨਾਂ ਦੇ ਬੋਲ ਲਾ ਲਾ ਕੇ ਦਿਖਾ ਰਹੇ ਸੀ ਵੀ ਦੇਖੋ ਕਿੱਦਾਂ ਇਹ ਪ੍ਰਮੋਟ ਕਰ ਰਹੇ ਆ। ਉਹ ਤੋਂ ਬਾਅਦ ਇੰਡੀਆ ਦੀ ਸਰਕਾਰ ਬਹੁਤ ਸਾਰੇ ਜਿਹੜੇ ਮੋਦੀ ਦੇ ਭਗਤ ਹੈਗੇ, ਕਈ ਸਿੱਖ ਵੀ ਜਿਹਨੇ ਸਿਰਾਂ 'ਚ ਪੱਗਾਂ ਫਸਾਈਆਂ, ਉਹ ਸੋਚਦੇ ਰਹਿੰਦੇ ਆ ਵੀ ਨਹੀਂ ਜੀ ਮੋਦੀ ਨੇ ਸਿੱਖਾਂ ਲਈ ਬਹੁਤ ਕੁਛ ਕੀਤਾ। ਇੰਨਾ ਉੱਥੇ ਡਰਾ ਵਾਲਾ ਮਾਹੌਲ ਕੀਤਾ। CNN ਨੇ ਅੱਜ ਖਬਰ ਕੀਤੀ ਹੈ ਵੀ 57 ਜਗ੍ਹਾ ਤੇ ਛਾਪੇ ਮਾਰੇ ਆ। ਇਹ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਪੰਜਾਬ 'ਚ ਕਿੱਡਾ ਕਿਤੇ ਬਹੁਤ ਵੱਡੀ ਜਿਹੜੀ ਮੂਵਮੈਂਟ ਚੱਲ ਰਹੀ ਹੈਗੀ ਆ। ਕੋਈ ਗੱਲ ਨਹੀਂ, ਸਿਰਫ ਸ਼ਰੇਆਮ ਜਿਹੜਾ ਆ ਦੁਨੀਆ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਉੱਥੇ ਦੀ ਸਰਕਾਰ ਤੇ ਉੱਥੇ ਦਾ ਮੀਡੀਆ ਪੂਰੇ ਜ਼ੋਰ ਤੇ ਲੱਗਾ ਹੋਇਆ ਹੈ। ਪਰ ਜਿੰਨਾ ਵੀ ਵੈਸਟ ਦੇ ਵਿੱਚ ਮੀਡੀਆ ਹੈਗਾ ਉਹ ਸਾਰਾ ਸਿੱਖਾਂ ਦੇ ਹੱਕ ਦੀ ਜਿਹੜੀ ਗੱਲ ਆ ਉਹ ਕਰ ਰਿਹਾ ਹੈ। ਜੀ, ਜੀ, ਬਿਲਕੁਲ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ, ਲੈਟਸ ਸੀ ਕੀ ਹੁੰਦਾ ਆ ਅੱਗੇ ਕਿਵੇਂ ਬਣਦਾ ਆ। ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ। ਕੈਲੀਫੋਰਨੀਆ ਦੀ ਸੈਨੇਟਰ ਡਾਇਨ ਫਾਈਨਸਟਾਈਨ, ਉਹਨਾਂ ਦਾ ਦੇਹਾਂਤ ਹੋ ਗਿਆ ਆ। 90 ਸਾਲ ਇਹਨਾਂ ਦੀ ਇਹ ਉਮਰ ਸੀਗੀ। ਰੀਸੈਂਟਲੀ ਆਪਾਂ ਦੇਖਿਆ ਕੁਛ ਮਹੀਨਿਆਂ ਤੋਂ, ਤਕਰੀਬਨ ਸਾਲ ਤੋਂ ਹੀ ਇਹਨਾਂ ਦੀ ਸਿਹਤ ਨੂੰ ਲੈ ਕੇ ਕਈ ਤਰੀਕੇ ਦੇ ਚਰਚਾਵਾਂ ਚੱਲਦੀਆਂ ਰਹੀਆਂ। ਡੈਮੋਕ੍ਰੇਟ ਖੇਮੇ ਚੋਂ ਹੀ ਇਹਨਾਂ ਨੂੰ ਬਦਲਣ ਦੀ ਆਵਾਜ਼ ਜਿਹੜੀ ਆ ਉਹ ਸੁਰ ਕਾਇਮ ਸੀਗੀ। ਕੱਲ ਕਹਿੰਦੇ ਅਜੇ ਇੱਕ ਸੈਨੇਟ ਦੀ ਬਿੱਲ ਦੇ ਉੱਤੇ ਇਹ ਵੋਟ ਪਾ ਕੇ ਆਏ ਆ ਤੇ ਅੱਜ ਇਹਨਾਂ ਦਾ ਜਿਹੜਾ ਇਹ ਦੇਹਾਂਤ ਹੋ ਗਿਆ ਆ। ਲੰਮੇ ਸਮੇਂ ਤੋਂ ਇਹਨਾਂ ਨੇ ਸਿਆਸਤ ਦੇ ਵਿੱਚ ਪੈਰ ਰੱਖਿਆ ਸੀ। ਲੰਮਾ ਵਰੇ ਪਹਿਲਾਂ 1970 ਦੇ ਦਹਾਕੇ ਦੇ ਵਿੱਚ ਕਹਿੰਦੇ ਵੀ ਇਹ ਐਜ਼ ਏ ਮੇਅਰ ਉੱਥੇ ਜਿਹੜੇ ਉਹ ਆਏ। ਇਹਨਾਂ ਨੇ ਹੀ ਇੱਕ ਫੈਡਰਲ ਬੈਨ ਜਿਹੜਾ ਅਸੌਲਟ ਵੈਪਨਸ ਦੇ ਉੱਤੇ ਲਾਇਆ ਗਿਆ ਸੀ, ਉਸ ਨੂੰ ਮੇਨ ਆਥਰ ਜਿਹੜਾ ਉਹ ਕੀਤਾ ਸੀ। ਕੱਲ ਰਾਤ ਨੂੰ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਵਾਸ਼ਿੰਗਟਨ DC 'ਚ ਆ, ਉੱਥੇ ਇਹਨਾਂ ਦੀ ਦੇਹਾਂਤ ਹੋ ਗਿਆ। 90 ਸਾਲ ਇਹਨਾਂ ਦੀ ਉਮਰ ਸੀ ਤੇ ਕਾਂਗਰਸ ਦੇ ਵਿੱਚ ਸਭ ਤੋਂ ਬਜ਼ੁਰਗ ਮੈਂਬਰ ਸੀਗੇ। ਸਿਆਸੀ ਕੱਦ ਇਹਨਾਂ ਦਾ ਬਹੁਤ ਉੱਚਾ ਸੀਗਾ। ਹਾਂ, ਉਮਰ ਦੇ ਇਸ ਪਿਛਲੇ ਪੜਾਅ ਦੇ ਵਿੱਚ ਆ ਕੇ ਤੇ ਸਿਆਸਤ ਦੇ ਨਾਲ ਜੋੜ ਕੇ ਕਈ ਜਿਹੜੀਆਂ ਗੱਲਾਂ ਵਾਦ ਵਿਵਾਦ ਜਿਹੜੇ ਉਹ ਚੱਲਦੇ ਰਹੇ ਹੈਗੇ ਆ। ਤੇ ਪਰ ਹੁਣ ਇਵੈਂਚੁਅਲੀ ਕਹਿ ਲਓ ਵੀ ਸਿਹਤ ਨਾਸਾਜ਼ ਰਹਿਣ ਕਰਕੇ ਵੀ ਇਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ। ਹੁਣ ਜਿਹੜੇ ਗਵਰਨਰ ਗੈਵਿਨ ਨਿਊਸਮ ਆ,
ਇਹਨਾਂ ਦੀ ਮੌਤ ਤੋਂ ਬਾਅਦ 'ਚ ਹੁਣ ਉਹਨਾਂ ਨੂੰ ਇਹ ਔਖਾ ਤੇ ਇੱਕ ਕ੍ਰੂਸ਼ੀਅਲ ਡਿਸੀਜਨ ਜਿਹੜਾ ਉਹ ਲੈਣਾ ਪੈਣਾ ਆ ਵੀ ਇਹਨਾਂ ਦੀ ਥਾਂ ਤੇ ਰਿਪਲੇਸਮੈਂਟ ਜਿਹੜੀ ਆ ਉਹ ਕਿਹਨਾਂ ਨੂੰ ਘੱਲਿਆ ਜਿਹੜਾ ਹੋ ਜਾਵੇ। ਤੇ ਉਸ ਟਾਈਮ ਆ ਜਦ ਸੈਨੇਟ ਦੀ ਇਹ ਸੀਟ ਨੂੰ ਲੈ ਕੇ ਖਾਸੀ ਜਿਹੜੀ ਲੜਾਈ ਆ ਉਹ ਬਹੁਤ ਹੀ ਹੌਟਲੀ ਕੰਟੈਸਟਡ ਚੱਲ ਰਹੀ ਹੈਗੀ ਆ। ਜੀ, ਬਿਲਕੁਲ। ਸੋ ਕਮਲਾ ਹੈਰਿਸ ਸੌਰੀ ਡਾਇਨ ਫਾਈਨਸਟਾਈਨ ਹੋਣਾ ਦੇ ਸੰਬੰਧ ਦੇ ਵਿੱਚ ਕਮਲਾ ਹੈਰਿਸ ਹੋਣਾ ਨੇ ਵੀ ਬਹੁਤ ਦੁੱਖ ਦਾ ਪ੍ਰਗਟ ਕੀਤਾ ਹੈਗਾ, ਕਿਉਂਕਿ ਕਮਲਾ ਹੈਰਿਸ ਵੀ ਕੈਲੀਫੋਰਨੀਆ ਤੋਂ ਹੀ ਆ, ਜੋ ਹੁਣ ਇਸ ਟਾਈਮ ਵਾਈਸ ਪ੍ਰੈਜ਼ੀਡੈਂਟ ਆ। ਡਾਇਨ ਫਾਈਨਸਟਾਈਨ ਹੋਣੀ 1992 ਦੇ ਵਿੱਚ ਇਲੈਕਟ ਹੋਏ ਸੀ, ਖਾਸ ਕਰਕੇ ਗਨ ਕੰਟਰੋਲ ਦੀ ਐਡਵੋਕੇਸੀ ਨੂੰ ਲੈ ਕੇ। ਬਹੁਤ ਵਾਰ ਉਹ ਰਿਪਬਲਿਕਨ ਦੇ ਨਾਲ ਡੀਲ ਵੀ ਬਣਾਉਂਦੇ ਰਹੇ, ਜਿਹਦੇ ਕਰਕੇ ਜੋ ਉਹਨਾਂ ਦੇ ਲਿਬਰਲ ਸਾਥੀ ਸੀ ਉਹ ਉਹਨਾਂ ਦੇ ਨਾਲ ਨਾਰਾਜ਼ ਵੀ ਹੁੰਦੇ ਰਹੇ। ਸੋ ਡਾਇਨ ਫਾਈਨਸਟਾਈਨ ਨੇ ਬਹੁਤ ਲੰਮਾ ਸਮਾਂ ਜਿਹੜਾ ਆ ਅਮਰੀਕਨ ਪੋਲਿਟਿਕਸ ਦੇ ਵਿੱਚ ਰਾਜ ਕੀਤਾ। ਸੈਨੇਟਰ ਬੜੇ ਲੰਮੇ ਟਾਈਮ ਦੇ ਉੱਤੇ ਰਹੇ। ਉਹਨਾਂ ਨੇ 2024 ਦੇ ਵਿੱਚ ਰਿਟਾਇਰ ਹੋ ਜਾਣਾ ਸੀ, ਇਹ ਅਨਾਉਂਸ ਕੀਤਾ ਸੀ, ਪਰ ਅੱਜ ਜਿਹੜੀ ਆ ਉਹਨਾਂ ਦੀ ਡੈਥ ਹੋ ਗਈ ਆ। ਹੁਣ ਕੈਲੀਫੋਰਨੀਆ ਦੇ ਗਵਰਨਰ ਕਿਸੇ ਇੱਕ ਜਾਣੇ ਨੂੰ ਜਿਹੜੇ ਨੋਮੀਨੇਟ ਕਰਨਗੇ 2024 ਤੱਕ, ਤੇ 2024 ਚ ਜੋ ਇਲੈਕਸ਼ਨ ਹੋਊਗੀ ਉਹਦੇ ਵਿੱਚ ਫੇਰ ਜੋ ਵੀ ਕੈਂਡੀਡੇਟ ਆਊਗਾ ਉਹ ਅੱਗੇ ਆਊਗਾ। ਹੁਣ ਇਹ ਦੇਖਦੇ ਆ ਵੀ ਗੈਬਨ ਨਿਊਸਮ ਹੋਣੀ ਡਾਇਨ ਫਾਈਨਸਟਾਈਨ ਦੀ ਜਗ੍ਹਾ ਦੇ ਉੱਤੇ ਕਿਸ ਬੰਦੇ ਨੂੰ ਜਾਂ ਕਿਸ ਲੇਡੀ ਨੂੰ ਨੋਮੀਨੇਟ ਕਰਦੇ ਹੈ। ਡਾਇਨ ਫਾਈਨਸਟਾਈਨ ਇੱਕ ਟ੍ਰੇਲ ਬਲੇਜ਼ਰ ਦੇ ਵਜੋਂ ਵੀ ਦੇਖਿਆ ਜਾਂਦਾ, ਕਿਉਂਕਿ ਔਰਤਾਂ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਨਾਮ ਦੇ ਨਾਲ ਬਹੁਤ ਸਾਰੇ ਜਿਹੜੇ ਫਸਟ ਆ ਉਹ ਜੁੜੇ ਸੀ। ਸੈਨ ਫਰਾਂਸਿਸਕੋ ਦੀ ਪਹਿਲੀ ਔਰਤ ਮੇਅਰ ਇਹ ਸੀਗੀ। ਸੈਨੇਟ ਸਿਲੈਕਟ ਕਮੇਟੀ ਦੀ ਇੰਟੈਲੀਜੈਂਸ ਦੇ ਵਿੱਚ ਪਹਿਲੀ ਔਰਤ ਸੀਗੀ ਜਿਸ ਨੇ ਚੇਅਰਮੈਨੀ ਕੀਤੀ। ਪਹਿਲੀ ਔਰਤ ਸੀਗੀ ਜਿਹਨੇ ਸੈਨੇਟ ਜੁਡੀਸ਼ਰੀ ਕਮੇਟੀ ਨੂੰ ਚੇਅਰ ਕੀਤਾ। ਤੇ ਯਾਦ ਹੋਣਾ ਜਦੋਂ ਕਲੈਰੈਂਸ ਥਾਮਸ ਸੁਪਰੀਮ ਕੋਰਟ ਦੇ ਜਸਟਿਸ ਨੋਮੀਨੇਟ ਕੀਤੇ ਗਏ ਸੀ, ਉਦੋਂ ਅਨੀਤਾ ਹਿਲ ਵਾਲੀ ਜਿਹੜੀ ਟੈਸਟੀਮੋਨੀ ਆ ਉਸ ਨੂੰ ਲੈ ਕੇ ਇਹ ਉਹਨਾਂ ਦੇ ਨਾਲ ਜਿਹੜੇ ਉਹ ਰਹੇ ਸੀਗੇ। ਸੋ ਲੰਮਾ ਇਹਨਾਂ ਦਾ ਸਿਆਸੀ ਜਿਹੜਾ ਕਰੀਅਰ ਆ ਉਹ ਰਿਹਾ ਹੈਗਾ ਆ। ਫਾਈਨਸਟਾਈਨ ਕਹਿੰਦੇ 302ਵੇਂ ਸੈਨੇਟਰ ਨੇ, 302nd ਸੈਨੇਟਰ ਨੇ ਜਿਹੜੇ ਦੌਰਾਨ ਆਫਿਸ ਜਿਨ੍ਹਾਂ ਦਾ ਦੇਹਾਂਤ ਹੋਇਆ ਆ। ਤੇ ਯਾਦ ਹੋਣਾ ਜਿਹੜੇ ਲਾਸਟ ਸੈਨੇਟਰ ਜਿਨ੍ਹਾਂ ਦੀ ਇਦਾਂ ਮੌਤ ਹੋਈ ਸੀ ਉਹ ਸੀਗੇ ਪ੍ਰਿਜ਼ਨਰ ਆਫ ਵਾਰ ਵੀ ਰਹਿ ਚੁੱਕੇ ਤੇ ਸੈਨੇਟਰ ਮਕੇਨ। ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਵੀ ਫੀਨਿਕਸ ਦੇ ਵਿੱਚ ਸੀਗੇ ਤੇ ਉਹ ਆਨਰ ਕਰਨ ਦੇ ਲਈ ਉੱਥੇ ਜਾ ਰਹੇ ਨੇ ਤੇ ਉਹਨਾਂ ਦੇ ਨਾਮ ਦੇ ਉੱਤੇ ਉੱਥੇ ਲਾਇਬ੍ਰੇਰੀ ਦਾ ਉਦਘਾਟਨ ਉਹਨਾਂ ਨੇ ਕਰਨਾ ਆ। ਤੇ ਉਹਨਾਂ ਨੇ ਵੀ ਡਾਇਨ ਫਾਈਨਸਟਾਈਨ ਦੀ ਇਸ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਆ। ਜੀ ਬਿਲਕੁਲ, ਉਹਨਾਂ ਦੇ ਹਸਬੈਂਡ ਦੀ ਵੀ ਡੈਥ ਹੋ ਗਈ ਸੀ ਪਿੱਛੇ। 3 ਵਾਰੀ ਵਿਆਹ ਹੋਇਆ ਸੀ ਤੇ ਉਹਨਾਂ ਦੀ ਇੱਕ ਡਾਟਰ ਆ ਕੈਥਰੀਨ ਫਾਈਨਸਟਾਈਨ, ਜੋ ਸੈਨ ਫਰਾਂਸਿਸਕੋ ਦੇ ਵਿੱਚ ਕਾਉਂਟੀ ਸੁਪੀਰੀਅਰ ਕੋਰਟ ਜੱਜ ਹੈਗੀ ਆ। ਸਨ ਇਨ ਲਾ ਰਿਕ ਮੈਰੀਆਨੋ ਆ ਤੇ ਗ੍ਰੈਂਡ ਡਾਟਰ ਆਈਲੀਨ ਫਾਈਨਸਟਾਈਨ ਮੈਰੀਆਨੋ। ਜੀ, ਅਗਲੇ ਸਾਲ ਹੀ ਇਹਨਾਂ ਦੀ ਉਦਾਂ ਟਰਮ ਆ ਉਹ ਖਤਮ ਹੋ ਰਹੀ ਸੀ। ਸਿਹਤ ਨਸਾਜ਼ ਚੱਲਦੀਆਂ। ਪਹਿਲਾਂ ਤਾਂ ਇਹਨਾਂ ਨੇ ਕੋਈ ਨਹੀਂ ਸੀ ਸਟੈਂਡ ਲਿਆ ਵੀ ਉਹਨਾਂ ਨੇ ਚੱਲਣਾ ਹੈ 6 ਟਰਮ ਦੇ ਲਈ, ਉਹ ਦੁਬਾਰਾ ਇਲੈਕਟ ਹੋਣਾ ਚਾਹੁੰਦੇ ਆ ਰੀ ਇਲੈਕਸ਼ਨ ਦੇ ਲਈ। ਫਿਰ ਇਵੈਂਚੁਅਲੀ ਉਹਨਾਂ ਨੇ ਅਨਾਉਂਸ ਕਰਤਾ ਸੀਗਾ ਵੀ ਉਹ ਰੀ ਇਲੈਕਸ਼ਨ ਸੀਕ ਨਹੀਂ ਕਰ ਰਹੇ। ਇਸੇ ਲਈ ਹੁਣ ਬਾਰਬਰਾ ਲੀ ਤੇ ਹੋਰ ਜਿਹੜੇ ਨਾਮ ਆ ਫੋਸਟਰ ਤੇ ਇੱਕ ਹੋਰ ਐਡਮ ਸ਼ਿਫ, ਇਹਨਾਂ ਸਾਰੇ ਜਾਣੇ ਜਿਹੜੇ ਆ ਉਹ ਰੇਸ ਦੇ ਵਿੱਚ ਨੇ ਜਿਹੜੇ ਸੈਨੇਟ ਦੀ ਜਿਹੜੀ ਉਹ ਸੀਟ ਦੇ ਲਈ। ਤੇ ਹੁਣ ਗੈਵਨ ਨਿਊਸਮ, ਚਲੋ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਤਾਂ ਕੀਤਾ ਹੀ ਕੀਤਾ। ਉਹਨਾਂ ਨੇ ਕਿਹਾ ਵੀ ਉਹ ਮੇਰੇ ਮਿੱਤਰ ਵੀ ਸੀਗੇ ਤੇ ਮੈਂਟੋਰ ਵੀ ਸੀਗੇ ਤੇ ਹੁਣ ਉਹਨਾਂ ਦੇ ਲਈ ਇੱਕ ਅਹਿਮ ਫੈਸਲਾ ਲੈਣ ਦਾ ਵਕਤ ਆ ਗਿਆ ਹੈ। ਜੀ, ਇੱਕ ਹੁਣ ਕੁਝ ਮਿੰਟ ਪਹਿਲਾਂ ਦੀ ਖਬਰ ਆ ਰਹੀ ਆ ਨਿਊਯਾਰਕ ਤੋਂ, ਉੱਥੇ ਬਹੁਤ ਹੀ ਜ਼ਿਆਦਾ ਮੀਂਹ ਪਿਆ ਹੈਗਾ, ਜਿਹਦੇ ਨਾਲ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ ਬਹੁਤ ਸਾਰੇ ਏਰੀਏ 'ਚ। ਉੱਥੇ ਦੇ ਜੋ ਸਾਬੇ ਹੈਗੇ ਆ ਉਹ ਫਲੱਡ ਹੋ ਗਏ। ਰੋਡਸ ਤੇ ਬੇਸਮੈਂਟ ਸਾਰੀਆਂ ਫਲੱਡ ਹੋ ਗਈਆਂ ਹੈਗੀਆਂ। ਸੋ ਜੋ ਉੱਥੇ ਦਾ ਸਾਬੇ ਸਿਸਟਮ ਹੈਗਾ ਆ, ਜਿਹਦੇ ਰਾਹੀਂ ਲੋਕ ਟਰਾਂਸਪੋਰਟ ਕਰਦੇ ਹੈਗੇ ਆ, ਉਹ ਸਾਰਾ ਕੁਝ ਫਲੱਡਡ ਹੋਇਆ। ਕਹਿੰਦੇ ਵੀ 3 ਘੰਟਿਆਂ ਦੇ ਵਿੱਚ 4 ਇੰਚ ਜਿਹੜਾ ਮੀਂਹ ਪਿਆ ਹੈਗਾ। ਇੰਨੀ ਤੇਜ਼ੀ ਦੇ ਨਾਲ ਮੀਂਹ ਪਿਆ ਆ, ਸਾਰਾ ਕੁਝ ਫਲੱਡ ਹੋ ਗਿਆ। ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਵੀ 8 ਇੰਚ ਦੇ ਕਰੀਬ ਟੋਟਲ ਮੀਂਹ ਪਿਛਲੇ ਕੁਝ ਦਿਨਾਂ ਦੇ ਵਿੱਚ, ਕੁਝ ਘੰਟਿਆਂ ਦੇ ਵਿੱਚ ਉੱਥੇ ਪੈ ਚੁੱਕਾ ਹੈਗਾ ਆ। ਉੱਥੇ ਦੇ ਨਿਊਯਾਰਕ ਦੇ ਗਵਰਨਰ ਕੈਥੀ ਹੋਚਲ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਨਿਊਯਾਰਕ ਸਿਟੀ ਦੇ ਵਿੱਚ ਡਿਕਲੇਅਰ ਕਰ ਦਿੱਤੀ ਹੈਗੀ ਆ। 8 ਇੰਚ ਮੀਂਹ ਪੈਣ ਤੋਂ ਬਾਅਦ ਵੀ ਨੈਸ਼ਨਲ ਵੈਦਰ ਸਰਵਿਸ ਵਾਲੇ ਇਹ ਕਹਿ ਰਹੇ ਆ ਵੀ ਹੋਰ ਵੀ ਜਿਹੜਾ ਹੈ ਮੀਂਹ ਪੈ ਸਕਦਾ ਹੈਗਾ ਆ। ਤੇ ਜੋ ਸਾਬੇ ਸਰਵਿਸ ਹੈਗੀ ਆ, ਕਾਫੀ
ਏਰੀਏ ਦੇ ਵਿੱਚ ਬਰੁਕਲਿਨ ਤੇ ਮੈਟਰੋ ਨਾਰਥ ਟ੍ਰੇਨ ਏਰੀਏ ਦੇ ਵਿੱਚ ਉਹ ਸਸਪੈਂਡ ਕਰ ਦਿੱਤੀ ਗਈ ਆ। ਲੋਗਾਰਡੀਆ ਇੰਟਰਨੈਸ਼ਨਲ 에ਅਰਪੋਰਟ ਦਾ ਟਰਮੀਨਲ ਉਹ ਕਲੋਜ਼ ਕਰ ਦਿੱਤਾ ਗਿਆ ਆ। 8.5 ਮਿਲੀਅਨ ਲੋਕ ਫਲੈਸ਼ ਫਲੱਡ ਵਾਰਨਿੰਗ ਦੇ ਵਿੱਚ ਆ ਨਿਊਯਾਰਕ ਏਰੀਏ ਦੇ ਵਿੱਚ। ਸੋ ਇਹ ਨਿਊਯਾਰਕ ਤੋਂ ਕੁਝ ਮਿੰਟ ਪਹਿਲਾਂ ਹੀ ਜਿਹੜੀ ਆ ਇਹ ਖਬਰ ਆ ਰਹੀ ਆ ਵੀ ਉੱਥੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ ਤੇ ਬਹੁਤ ਹੀ ਬੈਡ ਸਿਚੁਏਸ਼ਨ ਇਸ ਟਾਈਮ ਬਣੀ ਹੋਈ ਹੈਗੀ ਆ। ਬਿਲਕੁਲ ਜੀ ਜੀ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਨੇ ਆ। ਗਵਰਨਮੈਂਟ ਸ਼ਟਡਾਊਨ ਤਕਰੀਬਨ ਉਸ ਪਾਸੇ ਵੱਲ ਨੂੰ ਇਸ਼ਾਰੇ ਨੇ ਵੀ ਕਿ ਆਸ ਰਹੀਆਂ ਇਹੀ ਆ ਵੀ ਉਹੀ ਹੋਊਗੀ। ਕੀ ਨਵੇਂ ਕੋਈ ਆ ਰਹੇ ਆ, ਕੀ ਕੁਛ ਅਪਡੇਟਸ ਆ, ਉਸ ਬਾਰੇ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਸਾਂਝ ਪਾਉਂਦੇ ਆ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। Mind that I think I'd like to you. This is you bubble to a point where there's nowhere else to use and have to use.
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਹੈ ਸੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਗਵਰਨਮੈਂਟ ਸ਼ਟਡਾਊਨ ਦੇ ਨਾਲ ਸੰਬੰਧਿਤ ਜੇ ਖਬਰਾਂ ਦੇ ਉੱਤੇ ਗੱਲ ਕਰਦੇ ਜਾਈਏ ਤਾਂ ਹਾਲ ਦੀ ਘੜੀ ਹਰਜੋਤ ਸਿੰਘ ਜੀ ਕੋਈ ਨਜ਼ਰ ਨਹੀਂ ਆ ਰਿਹਾ ਨਜ਼ਦੀਕੀ ਭਵਿੱਖ ਦੇ ਵਿੱਚ ਵੀ ਜਿਹੜੀ ਫੈਡਰਲ ਗਵਰਨਮੈਂਟ ਸ਼ਟਡਾਊਨ ਆ ਉਹ ਨਹੀਂ ਹਟੂਗੀ ਅਜੇ ਤੱਕ ਵੀ ਕੋਈ ਕਹਿ ਸਕਦੇ ਹਾਂ ਵੀ ਕੋਈ ਪਲਾਨ ਨਜ਼ਰ ਨਹੀਂ ਆ ਰਿਹਾ ਉਂਝ ਜੇ ਦੇਖਿਆ ਜਾਵੇ ਤਾਂ ਰਿਪਬਲਿਕਨ ਕੰਟਰੋਲਡ ਹਾਊਸ ਨੇ ਇੱਕ ਸ਼ਾਰਟ ਟਰਮ ਸਪੈਂਡਿੰਗ ਮੈਜਰ ਆ ਉਸ ਨੂੰ ਪਾਸ ਕਰਨ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕੀਤੀ ਹੈ ਜਿਹਦੇ ਨਾਲ 30 ਦਿਨ ਦੇ ਲਈ ਹੋਰ ਫੰਡਿੰਗ ਜਿਹੜੀ ਉਹ ਆਊਗੀ ਕਹਿੰਦੇ ਵੀ ਇਹ ਲੈਸ ਟਾਈਮ ਹੈਗਾ ਆ ਤੇ ਹੁਣ ਦੇਖੋ ਕਿ ਕੀ ਹੁੰਦਾ ਆ ਇਸ ਹਾਊਸ ਬਿੱਲ ਦੇ ਵਿੱਚ ਬਹੁਤ ਸਾਰੇ ਸਪੈਂਡਿੰਗ ਕੱਟਸ ਨੇ ਤੇ ਇਹ ਡੈਡ ਔਨ ਅਰਾਈਵਲ ਹੋਊਗੀ ਸੈਨੇਟ ਦੇ ਵਿੱਚ ਜੇ ਦੋਨੋਂ ਚੈਂਬਰਸ ਕਿਸੇ ਇੱਕ ਐਗਰੀਮੈਂਟ ਦੇ ਉੱਤੇ ਨਹੀਂ ਪਹੁੰਚਦੇ ਤਾਂ ਗਵਰਨਮੈਂਟ ਸ਼ਟਡਾਊਨ ਹੋਊਗੀ 2019 ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਬਹੁਤ ਸਾਰੇ ਜਿਹੜੀਆਂ ਫੈਡਰਲ ਸਰਵਿਸਿਜ਼ ਚਾਹੇ ਉਹ ਫੂਡ ਸਟੈਂਪ ਆ ਟੈਕਸ ਰਿਟਰਨ ਪ੍ਰੋਸੈਸਿੰਗ ਆ ਜਾਂ ਮਿਲਟਰੀ ਪੇ ਆ ਜਾਂ ਬਾਰਡਰ ਸਿਕਿਉਰਿਟੀ ਦੀ ਪੇ ਆ ਉਹਨਾਂ ਦੇ ਉੱਤੇ ਵੀ ਕਹਿੰਦੇ ਇਸ ਦੇ ਨਾਲ ਅਸਰ ਪਊਗਾ ਜਿਹੜਾ ਹੁਣ ਇਹਨਾਂ ਨੇ ਜੀਓਪੀ ਨੇ ਨਵਾਂ ਜਿਹੜਾ ਸਪੈਂਡਿੰਗ ਪਲਾਨ ਪਾਸ ਕੀਤਾ ਆ ਉਹਦੇ ਵਿੱਚ 30% ਪਹਿਲਾਂ ਦੇ ਨਾਲੋਂ ਘੱਟ ਨੇ ਜਿਹੜੀਆਂ ਕਟੌਤੀਆਂ ਇਸ ਦੇ ਵਿੱਚ ਕੀਤੀਆਂ ਗਈਆਂ ਆ ਪਾਰਟੀ ਲਾਈਨ ਦੇ ਉੱਤੇ ਇਸ ਕੰਟੀਨਿਊਏਸ਼ਨ ਰੈਜ਼ੋਲੂਸ਼ਨ ਦੇ ਉੱਤੇ ਵੋਟ ਹੋਈ ਆ 210 ਦੇ ਮੁਕਾਬਲੇ 218 ਦੇ ਨਾਲ ਹਾਊਸ ਦੇ ਵਿੱਚ ਤਾਂ ਇਹ ਪ੍ਰੋਸੀਜਰਲ ਮੋਸ਼ਨ ਜਿਹੜਾ ਜੀਓਪੀ ਦੇ ਲਈ ਆ ਕੰਟੀਨਿਊਇੰਗ ਰੈਜ਼ੋਲੂਸ਼ਨ ਦੇ ਲਈ ਉਸ ਨੂੰ ਪਾਸ ਕੀਤਾ ਗਿਆ ਹੈ ਇਹਦੇ ਨਾਲ 31 ਅਕਤੂਬਰ ਤੱਕ ਗਵਰਨਮੈਂਟ ਦੀ ਫੰਡਿੰਗ ਹੋ ਜਾਊਗੀ ਇੱਥੋਂ ਤੱਕ ਹੀ ਕਹਿੰਦੇ ਵੀ ਜਿਹੜੇ ਕਈ ਹਾਰਡ ਰਾਈਟ ਰਿਪਬਲਿਕਨਸ ਆ ਜਿਹੜੇ ਇਸ ਕੰਟੀਨਿਊਇੰਗ ਰੈਜ਼ੋਲੂਸ਼ਨ ਨੂੰ ਅਪੋਜ਼ ਕਰਨਗੇ ਉਹਨਾਂ ਨੇ ਪ੍ਰੋਸੀਜਰਲ ਹਰਡਲ ਨੂੰ ਪਾਰ ਕਰਨ ਦੇ ਲਈ ਇਸ ਨੂੰ ਵੋਟ ਇਹਦੇ ਹੱਕ ਦੇ ਵਿੱਚ ਪਾਈ ਆ ਹੁਣ ਇਹ ਅਜੇ ਪ੍ਰੋਸੀਜਰਲ ਮੋਸ਼ਨ ਹੋਇਆ ਆ ਹੁਣ ਅਸਲ ਵੋਟ ਜਿਹੜੀ ਇਸ ਦੇ ਉੱਤੇ ਹੋ ਸਕਦੀ ਆ ਜੀਓਪੀ ਲੀਡਰਸ਼ਿਪ ਕਹਿ ਰਹੀ ਆ ਵੀ ਇਹ ਗੁੱਡ ਫੇਥ ਦੇ ਵਿੱਚ ਆਪਰੇਟ ਕਰ ਰਹੇ ਆ ਬਾਈਡਨ ਹੁਣਾਂ ਨੇ ਅਮਰੀਕਨ ਟਰੂਪਸ ਦੇ ਫਾਲਆਊਟ ਦੀ ਚੇਤਾਵਨੀ ਦਿੱਤੀ ਆ ਕਹਿੰਦੇ ਆ ਵੀ ਜੇ ਸ਼ਟਡਾਊਨ ਹੁੰਦਾ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਫੈਡਰਲ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਜਾਂ ਸਰਵਿਸ ਮੈਂਬਰਸ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਅਸਰ ਪੈਣ ਜਾ ਰਿਹਾ ਹੈਗਾ ਆ ਤੇ ਕਹਿੰਦੇ ਵੀ ਜੇ ਇਸ ਨੂੰ ਪਾਸ ਨਹੀਂ ਕਰਦੇ ਤਾਂ ਬੇਸਿਕਲੀ ਜਿਹੜਾ ਹਾਊਸ ਆ ਉਹ ਸਾਰੇ ਹੀ ਟਰੂਪਸ ਨੂੰ ਫੇਲ ਜਿਹੜਾ ਉਹ
ਕਰੂਗਾ। ਸੋ ਬਹੁਤ ਸਾਰਾ ਜਿਹੜਾ ਹਰਜੋਤ ਸਿੰਘ ਜੀ ਖਿੱਚੋਤਾਣ ਆਪਸ ਦੇ ਵਿੱਚ ਲੱਗੀ ਹੋਈ ਆ ਤੇ ਹਾਲ ਦੀ ਘੜੀ ਕੋਈ ਸਮਝੌਤਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਜੀ ਬਿਲਕੁਲ। ਇਲਨ ਮਸਕ ਨੇ ਵੀ ਯੂਐਸ ਦੀ ਜੋ ਇਮੀਗ੍ਰੇਸ਼ਨ ਡਿਬੇਟ ਆ ਉਹਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰ ਰਿਹਾ ਹੈਗਾ। ਉਹ ਕੱਲ ਟੈਕਸਸ ਤੇ ਮੈਕਸੀਕੋ ਬਾਰਡਰ ਤੇ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਜੋ ਇਮੀਗ੍ਰੈਂਟਸ ਆ ਉਹ ਬਾਰਡਰ ਕ੍ਰਾਸ ਕਰ ਰਹੇ ਹੈਗੇ ਆ, ਉਹਦੇ ਮਾਈਗ੍ਰੈਂਟਸ ਆਪਾਂ ਕਹਿ ਸਕਦੇ ਆ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਆ, ਉਹ ਕਹਿੰਦੇ ਵੀ ਟੋਟਲੀ ਇਮੀਗ੍ਰੇਸ਼ਨ ਦਾ ਸਿਸਟਮ ਯੂਐਸਏ ਦਾ ਉਹ ਕਲੈਪਸ ਹੋ ਚੁੱਕਾ ਹੈਗਾ। ਯੂਐਸ ਦੇ ਬਾਰਡਰ ਟੈਕਸਸ, ਐਰੀਜ਼ੋਨਾ, ਕੈਲੀਫੋਰਨੀਆ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਹਰ ਰੋਜ਼ ਆ ਰਹੇ ਆ ਤੇ ਪੋਲੀਟੀਕਲ ਅਸਾਈਲਮ ਲੈ ਰਹੇ ਹੈਗੇ ਆ। ਸਭ ਤੋਂ ਜ਼ਿਆਦਾ ਇਨਕਰੀਜ਼ ਬਾਰਡਰ ਕ੍ਰਾਸਿੰਗ ਦਾ ਸੈਨ ਡੀਗੋ, ਕੈਲੀਫੋਰਨੀਆ ਤੇ ਟੈਕਸਸ ਦਾ ਬਾਰਡਰ ਜੋ ਐਲ ਪੈਸੋ ਤੇ ਈਗਲ ਪਾਸ ਹੈਗਾ, ਇਹਨਾਂ ਏਰੀਆ ਤੋਂ ਲੋਕ ਕ੍ਰਾਸ ਕਰ ਰਹੇ ਹੈਗੇ ਆ। ਮਸਕ ਹੁਣੀ ਈਗਲ ਪਾਸ ਨੂੰ ਜੋ ਏਰੀਆ ਆ ਉੱਥੇ ਵਿਜ਼ਿਟ ਕੀਤਾ ਤੇ ਉੱਥੇ ਰੀਓ ਗ੍ਰਾਂਡੇ ਦਾ ਜੋ ਰੇਲ ਰੋਡ ਬ੍ਰਿਜ ਹੈਗਾ ਆ, ਉੱਥੇ ਖੜ ਕੇ ਉਹਨਾਂ ਨੇ ਐਕਸ ਦੇ ਉੱਤੇ ਆਪਣੀ ਜਿਹੜੀ ਆ ਟਵਿੱਟਰ ਜੋ ਪਹਿਲਾਂ ਕੰਪਨੀ ਸੀ ਉਹ ਬਿਆਨ ਵੀ ਦਿੱਤਾ। ਉਹਨਾਂ ਨੇ ਕਾਲੇ ਰੰਗ ਦੀ ਕਹਿੰਦੇ ਸ਼ਰਟ ਪਾਈ ਸੀ, ਬਲੈਕ ਕਾਊਬॉय ਹੈਟ ਲਈ ਹੋਈ ਸੀ, ਐਵੀਏਟਰ ਸਟਾਈਲ ਸਨ ਗਲਾਸਿਸ, ਤੇ ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਂ ਖੁਦ ਇੱਕ ਇਮੀਗ੍ਰੈਂਟ ਆ। ਸਰੋਤਿਆਂ ਨੂੰ ਪਤਾ ਹੀ ਹੋਊਗਾ ਵੀ ਜੋ ਇਲੋਨ ਮਸਕ ਆ ਸਾਊਥ ਅਫਰੀਕਾ ਤੋਂ ਰਹਿਣ ਵਾਲੇ ਹੈਗੇ ਆ, ਪਰ ਕਹਿੰਦੇ ਵੀ ਮੈਂ ਇਸ ਹੱਕ ਦੇ ਵਿੱਚ ਹੈਗਾ ਆ ਜੋ ਲੀਗਲ ਇਮੀਗ੍ਰੇਸ਼ਨ ਆ ਉਸ ਨੂੰ ਵਧਾਇਆ ਜਾਵੇ। ਹਾਰਡ ਵਰਕਿੰਗ ਲੋਕ ਜੋ ਆਉਣਾ ਚਾਹੁੰਦੇ ਹੈਗੇ ਆ ਉਹਦੇ ਵਿੱਚ ਲੀਗਲ ਇਮੀਗ੍ਰੇਸ਼ਨ 'ਚ ਹੈਲਪ ਕੀਤੀ ਜਾਵੇ। ਪਰ ਜੋ ਇਹ ਸਿਸਟਮ ਚੱਲ ਰਿਹਾ ਹੈਗਾ, ਇਹ ਇੱਕ ਤਰ੍ਹਾਂ ਦੇ ਨਾਲ ਫਿਊਚਰ ਦੇ ਲਈ ਬਹੁਤ ਮਾੜਾ ਹੈਗਾ। ਉਹਨਾਂ ਨੇ ਖੁਦ ਕਿਹਾ ਵੀ ਮੈਂ ਬਹੁਤ ਹੀ ਜ਼ਿਆਦਾ ਪ੍ਰੋ ਇਮੀਗ੍ਰੈਂਟ ਹੈਗਾ ਆ, ਤੇ ਕਿਉਂਕਿ ਖੁਦ ਉਹ ਸਾਊਥ ਅਫਰੀਕਾ ਤੋਂ ਇਮੀਗ੍ਰੈਂਟ ਹੋਏ ਹੈਗੇ ਆ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਦੇ ਲਈ ਵੀ ਲੰਚ ਉਹਨਾਂ ਨੇ ਕੀਤਾ ਸੀ ਆਰਗੇਨਾਈਜ਼, ਕਿਉਂਕਿ ਅੱਜ ਕੱਲ੍ਹ ਉਹ ਫਲੋਰੀਡਾ ਦੇ ਗਵਰਨਰ ਦੇ ਜਿਹੜੀ ਕੈਂਪੇਨ ਆ ਉਹਦੇ ਵਿੱਚ ਕਾਫੀ ਸਾਥ ਦੇ ਰਹੇ ਹੈਗੇ ਆ। ਸੋ 4 ਮਿੰਟ ਦੀ ਜਿਹੜੀ ਇਹ ਵੀਡੀਓ ਕਲਿੱਪ ਹੈਗੀ ਆ, ਇਹ ਉਹਨਾਂ ਨੇ ਉੱਥੇ ਦਾ ਯੂਐਸ ਦੇ ਰਿਪਰੈਜ਼ੈਂਟੇਟਿਵ ਟੋਨੀ ਗੋਨਜ਼ਾਲੇਸ ਜੋ ਟੈਕਸਸ ਦੇ ਉਸ ਏਰੀਏ ਤੋਂ ਆ, ਜਿਨ੍ਹਾਂ ਦਾ 800 ਤੋਂ ਵੱਧ ਮੀਲ ਦਾ ਬਾਰਡਰ ਲੱਗਦਾ ਹੈਗਾ ਮੈਕਸੀਕੋ ਦੇ ਨਾਲ, ਉਹਨਾਂ ਦੇ ਨਾਲ ਰਲ ਕੇ ਜਿਹੜੀ ਆ ਇਹ ਰਿਲੀਜ਼ ਕੀਤੀ ਹੈ। ਜੀ। ਅਗਲੀ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਗਵਰਨਮੈਂਟ ਸ਼ਟਡਾਊਨ ਹੋਣ ਦੇ ਨਾਲ ਜਿਹੜੇ ਨੈਸ਼ਨਲ ਪਾਰਕਸ ਆ, ਜੇ ਕੋਈ ਸੋਚ ਰਿਹਾ ਨਾ ਵੀ ਭਾਈ ਅਸੀਂ ਘੁੰਮਣ ਫਿਰਨ ਚੱਲ ਜਾਂਗੇ, ਤਾਂ ਨੈਸ਼ਨਲ ਪਾਰਕ ਵੀ ਜਿਹੜੇ ਉਹ ਬੰਦ ਹੋ ਜਾਂਦੇ ਆ। ਚਾਹੇ ਤੁਸੀਂ ਯੋਸੇਮਿਟੀ ਦਾ ਪਲਾਨ ਬਣਾ ਰਹੇ ਹੋ ਜਾਂ ਕੁਝ ਹੋਰ। ਬਹੁਤ ਸਾਰੇ ਲੋਕ ਜਿਹੜੇ ਪੋਲਿਟਿਕਸ ਦੇ ਉੱਤੇ ਧਿਆਨ ਨਹੀਂ ਦਿੰਦੇ ਵੀ ਚੱਲ ਨੇਚਰ ਦੀ ਗੋਦ ਦੇ ਵਿੱਚ ਵੀ ਆਪਾਂ ਜਾਵਾਂਗੇ, ਉਹਨਾਂ ਉੱਤੇ ਵੀ ਇਸ ਚੀਜ਼ ਦਾ ਇਵੈਂਚੁਅਲੀ ਅਸਰ ਪਹੁੰਚ ਜਾਂਦਾ ਹੁੰਦਾ ਆ। ਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਪਾਕਿਸਤਾਨ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਆ ਰਹੀ ਆ। 2 ਵੱਖ-ਵੱਖ ਧਾਰਮਿਕ ਜਿਹੜੇ ਸੈਰੇਮਨੀਜ਼ ਚੱਲ ਰਹੀਆਂ ਸੀ, ਉੱਥੇ ਜਿਹੜੇ ਆਤਮਘਾਤੀ ਬੰਬ ਧਮਾਕੇ ਹੋਏ ਨੇ, ਸੁਸਾਈਡ ਦੀ ਬੋmbਿੰਗ ਹੋਈਆਂ, ਜਿਸ ਕਰਕੇ 56 ਜਾਣਿਆਂ ਦੇ ਘੱਟੋ ਘੱਟ ਮਾਰੇ ਜਾਣ ਦੀ ਰਿਪੋਰਟ ਜਿਹੜੀਆਂ ਉਹ ਆ ਰਹੀਆਂ ਨੇ। ਸੋ ਕਹਿੰਦੇ ਵੀ ਇਸ ਦੇ ਨਾਲ ਦਰਜਨਾਂ ਹੀ ਜਿਹੜੇ ਵਰਸ਼ਿਪਰ ਸੀਗੇ ਜੋ ਕਿ ਮਨਾ ਰਹੇ ਸੀਗੇ ਮੁਹੰਮਦ ਸਾਹਿਬ ਦਾ ਜਿਹੜਾ ਬਰਥਡੇ ਮਨਾਇਆ ਜਾ ਰਿਹਾ ਸੀ, ਉਸ ਦੌਰਾਨ ਇਹ ਹੋਈਆਂ ਨੇ। ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਆ। 56 ਜਣਿਆਂ ਦੀ ਮੌਤ, 50 ਤੋਂ ਵੱਧ ਲੋਕ ਜਿਹੜੇ ਇਹ ਜ਼ਖਮੀ ਹੋਏ ਨੇ। ਬਲੋਚਿਸਤਾਨ ਦੇ ਪ੍ਰੋਵਿੰਸ ਦੇ ਵਿੱਚ ਇਹ ਸੁਸਾਈਡ ਬੋmbਿੰਗਸ ਹੋਈਆਂ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਟੂਪੈਕ ਸ਼ਕੂਰ, ਸਰੋਤਿਆਂ ਨੂੰ ਯਾਦ ਹੋਊਗਾ, ਬਹੁਤ ਹੀ ਅਮਰੀਕਾ ਦਾ ਨੌਜਵਾਨ ਸੀ, 25 ਸਾਲਾਂ ਦਾ, ਬੜਾ ਹੀ ਤਕੜਾ ਰੈਪਰ ਸੀ, ਜਿਸ ਨੂੰ ਦੀਪ ਸਿੱਧੂ ਮੂਸੇਵਾਲਾ ਫੋਲੋ ਕਰਦਾ ਸੀ। ਉਸ ਦਾ ਜਿਹੜਾ ਕਤਲ ਆ 1996 ਦੇ ਵਿੱਚ ਡਰਾਈਵ ਬਾਈ ਸ਼ੂਟਿੰਗ 'ਚ ਹੋਇਆ ਸੀ ਲਾਸ ਵੈਗਸ ਦੇ ਵਿੱਚ। ਉਹਦੇ ਸੰਬੰਧ ਦੇ ਵਿੱਚ ਅੱਜ ਇੱਕ ਪੁਲਿਸ ਨੇ ਡਵੇਨ ਡੇਵਿਸ ਨਾਮ ਦਾ ਬੰਦਾ ਆ, ਉਸ ਨੂੰ ਅਰੈਸਟ ਕੀਤਾ ਹੈਗਾ। ਕਹਿੰਦੇ ਵੀ ਉਹਦਾ ਨਾਂ ਤਾਂ ਪਹਿਲਾਂ ਕਈ ਵਾਰੀ ਆਇਆ ਸੀ, ਪਰ ਕੋਈ ਸੋਲਿਡ ਪ੍ਰੂਫ ਨਹੀਂ ਮਿਲਿਆ ਸੀ ਪੁਲਿਸ ਨੂੰ। 2019 ਦੇ ਵਿੱਚ ਡੇਵਿਸ ਨੇ ਇੱਕ ਆਪਣਾ ਮੈਮੋਇਰ ਜਾਰੀ ਕੀਤਾ ਸੀ, ਕੰਪਟਨ ਸਟਰੀਟ ਲੈਜੈਂਡ। ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਉਹ ਇੱਕ ਕੈਡਿਲੈਕ ਦੇ ਵਿੱਚ ਸੀਗਾ ਜਦੋਂ ਗਨ ਫਾਇਰ ਇਰਪਟ ਹੋਈ ਸੀ 1996 ਦੀ ਡਰਾਈਵ ਬਾਈ ਸ਼ੂਟਿੰਗ ਦੇ ਵਿੱਚ, ਜਦੋਂ
ਟੂਪਿਕ ਦੀ ਜੋ ਮੌਤ ਹੋ ਗਈ ਸੀ, ਉਹਨੂੰ ਕਤਲ ਕੀਤਾ ਗਿਆ ਸੀ। ਸੋ ਹੁਣ ਲਾਸ ਵੇਗਸ ਦੀ ਪੁਲਿਸ ਨੇ ਉਹਦੀ ਵਾਈਫ ਦੇ ਘਰ ਨੂੰ ਰੇਡ ਕੀਤਾ ਹੈਗਾ। ਉੱਥੋਂ ਬਹੁਤ ਕੁਛ ਉਹਨਾਂ ਨੂੰ ਕਹਿੰਦੇ ਮਿਲਿਆ ਹੈਗਾ, ਜਿਹਦੇ ਵਿੱਚ ਬੁਲੇਟਸ, ਹੋਰ ਕਈ ਸਮਾਨ ਮਿਲਿਆ ਹੈ। ਸੋ ਹੁਣ ਪੁਲਿਸ ਇਸ ਰਿਜ਼ਲਟ ਤੇ ਆਈ ਆ ਵੀ ਹੋ ਸਕਦਾ ਵੀ ਹੁਣ ਸ਼ੋਰ ਹੀ ਆ ਵੀ ਜੋ ਡੇਵਿਸ ਆ ਉਹ ਟੂਪਿਕ ਦੇ ਕਿਲਿੰਗ ਦੇ ਵਿੱਚ ਇਨਵੋਲਵ ਸੀ। ਜੀ, ਜੀ ਬਿਲਕੁਲ। ਹਰਜੋਤ ਸਿੰਘ ਜੀ, ਗਵਰਨਮੈਂਟ ਸ਼ਟਡਾਊਨ ਦੇ ਨਾਲ ਖਬਰਾਂ ਹੋਰ ਵੀ ਕਾਫੀ ਜਿਹੜੀਆਂ ਆ ਰਹੀਆਂ ਆ। ਇੱਕ ਹੋਰ ਬਿੱਲ ਲਿਆਂਦਾ ਜਾ ਰਿਹਾ ਜਿਸ ਦੇ ਵਿੱਚ ਇਹ ਕਿਹਾ ਗਿਆ ਆ ਵੀ ਜੇ ਗਵਰਨਮੈਂਟ ਸ਼ਟਡਾਊਨ ਹੁੰਦੀ ਆ ਤਾਂ ਜਿੰਨੇ ਵੀ ਕਾਂਗਰਸਮੈਨ ਆ, ਸੈਨੇਟਰਸ ਆ, ਸਾਰਿਆਂ ਦੀ ਤਨਖਾਹ ਉਹਨੇ ਚਿਰ ਦੇ ਲਈ ਬੰਦ ਹੋਣੀ ਚਾਹੀਦੀ ਆ, ਕਿਉਂਕਿ ਫੈਡਰਲ ਸਰਕਾਰ ਦੇ ਵਿੱਚ ਕੰਮ ਕਰਨ ਵਾਲੇ ਜਿੰਨੇ ਵੀ EMPLOYEE ਆ ਉਹ ਤਾਂ ਫਰਲੋ ਤੋਂ ਚੱਲ ਜਾਂਦੇ ਆ। ਵਿਦਆਊਟ ਪੇ ਵਾਲੀ ਜਿਹੜੀ ਛੁੱਟੀ ਕਹਿ ਲਓ, ਇੱਕ ਹਿਸਾਬ ਦੇ ਨਾਲ ਉਹ ਚੀਜ਼ ਬਣ ਜਾਂਦੀ ਆ। ਸੋ ਹੁਣ ਇੱਕ ਨਵਾਂ ਬਿੱਲ ਕਹਿੰਦੇ ਆ ਉਹ ਲਿਆਂਦਾ ਜਾ ਰਿਹਾ ਵੀ ਸੈਲਰੀਜ਼ ਦੇ ਉੱਤੇ ਵੀ ਰੋਕ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਆ। ਸੋ ਇਹ ਜਿਹੜੀ ਨਵੀਂ ਚੀਜ਼ ਆ ਉਹ ਆ ਰਹੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਆ ਇਸ ਦੇ ਵਿੱਚ ਬਣਦਾ ਹੈਗਾ ਆ। ਉਧਰ ਇੱਕ ਜਿਹੜੇ ਲੋਇਡ ਆਸਟਨ ਨੇ, ਸੈਕਟਰੀ ਹੈਗੇ ਨੇ ਡਿਫੈਂਸ ਦੇ, ਉਹਨਾਂ ਦੀ ਤਨਖਾਹ ਨੂੰ $1 ਕਰਨ ਦੇ ਲਈ ਨਵੀਂ ਅਮੈਂਡਮੈਂਟ ਨੂੰ ਜਿਹੜੀ ਆ ਉਹ ਮਨਜ਼ੂਰੀ ਜਿਹੜੀ ਮਿਲੀ ਹੈਗੀ ਆ। ਉਹ ਹਾਊਸ ਦੇ ਫਲੋਰ ਦੇ ਉੱਤੋਂ ਬੋਲਦੇ ਹੋਏ ਮਾਰਜਰੀ ਟੇਲਰ ਗ੍ਰੀਨ ਉਹਨੇ ਕਿਹਾ ਵੀ ਸੈਕਟਰੀ ਆਸਟਨ ਆ, ਉਹਨਾਂ ਨੇ ਆਪਣੀਆਂ ਡਿਊਟੀਆਂ ਜਿਹੜੀਆਂ ਫੁੱਲਫਿਲ ਨਹੀਂ ਕੀਤੀਆਂ ਹੈਗੀਆਂ। ਮਿਲਟਰੀ ਰਿਕਰੂਟਮੈਂਟ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਹੈਂਡਲ ਨਹੀਂ ਕਰ ਰਹੇ ਤੇ ਅਫਗਾਨਿਸਤਾਨ ਤੋਂ ਜਿੱਦਾਂ ਵਿਡਰਾ ਹੋਇਆ ਆ ਉਹ ਮਾੜਾ ਆ। ਇਸ ਲਈ ਅਸੀਂ ਇਹਨਾਂ ਦੇ ਸ਼ਮਤਾ ਦੇ ਵਿੱਚ ਕੌਨਫੀਡੈਂਸ ਜਿਹੜੀ ਆ ਉਹ ਲੂਜ਼ ਕਰ ਚੁੱਕੇ ਆ ਤੇ ਇਹਨਾਂ ਨੂੰ ਫਾਇਰ ਕਰਨਾ ਜਿਹੜਾ ਉਹ ਚਾਹੀਦਾ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੇ ਜਿਹੜੇ ਕਾਲੇ ਮੂਲ ਦੇ ਸੈਕਟਰੀ ਆਫ ਡਿਫੈਂਸ ਜਿਹੜੇ ਉਹ ਬਣਾਏ ਗਏ ਸੀ। ਸਾਲਾਨਾ ਇਹਨਾਂ ਦੀ ਉੱਦਾਂ ਇਨਕਮ ਜਿਹੜੀ 2,21,000 ਆ ਤੇ ਹੁਣ ਇਸ ਅਮੈਂਡਮੈਂਟ ਦੇ ਨਾਲ ਇਹ ਜਿਹੜੀ ਸਾਲਾਨਾ ਇਨਕਮ ਉਹਨਾਂ ਦੀ $1 ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਟੈਸਲਾ ਦਾ ਸੈਮੀ ਟਰੱਕ 1000 ਮੀਲ ਕਹਿੰਦੇ ਇੱਕ ਦਿਨ ਦੇ ਵਿੱਚ ਚੱਲ ਗਿਆ ਹੈਗਾ। ਸੋ ਆਪਾਂ ਬਹੁਤ ਵਾਰ ਸ਼ੋਆਂ 'ਚ ਦੱਸਿਆ ਆ ਵੀ ਕਿਸ ਤਰ੍ਹਾਂ ਜੋ ਵਹੀਕਲਸ ਆ, ਟਰੱਕਸ ਹੈਗੇ ਆ, ਉਹ ਇਲੈਕਟ੍ਰਿਕ ਲੈ ਕੇ ਆ ਰਹੇ ਹੈਗੇ ਆ। ਸੋ ਪਹਿਲਾਂ ਇਹੀ ਚੱਲ ਰਿਹਾ ਸੀ ਵੀ 300 ਮੀਲ ਤੱਕ ਜਾਊਗਾ, 500 ਮੀਲ ਤੱਕ ਜਾਊਗਾ। ਹੁਣ ਨਾਰਥ ਅਮਰੀਕਨ ਕਾਉਂਸਲ ਫਾਰ ਫਰੇਟ ਐਫੀਸ਼ੀਐਂਸੀ ਨੇ ਇਹ ਸਟੱਡੀ ਕੀਤੀ ਆ ਤੇ ਇੱਕ ਜੋ ਟੈਸਲਾ ਦਾ ਸੈਮੀ ਟਰੱਕ ਆ ਉਸ ਨੂੰ ਟੈਸਟ ਕੀਤਾ ਗਿਆ ਤੇ ਪੂਰਾ ਲਗਾਤਾਰ ਉਹ ਚੱਲਿਆ 1000 ਮੀਲ ਤੱਕ ਇੱਕ ਦਿਨ ਦੇ ਵਿੱਚ। ਜੀ, ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਗੱਲ ਕਰਦੇ ਜਾਈਏ। ਮੈਟ ਗੇਟਸ ਦੇ ਨਿਸ਼ਾਨੇ ਦੇ ਉੱਤੇ ਆਏ ਹੋਏ ਨੇ ਇਸ ਟਾਈਮ ਕੈਵਿਨ ਮਕਾਰਥੀ। ਇਸ ਸ਼ਟਡਾਊਨ ਦੇ ਵਿੱਚ ਜੋ ਹਰਜੋਤ ਸਿੰਘ ਜੀ ਬਣ ਰਿਹਾ ਆ, ਜੋ ਉਸ ਪਾਸੇ ਵੱਲ ਨੂੰ ਚੱਲ ਰਿਹਾ ਆ, ਮੈਟ ਗੇਟਸ ਨੇ ਫਲੋਰ ਤੋਂ ਖੜ ਕੇ ਵੀ ਸਿੱਧੇ ਤੌਰ ਦੇ ਉੱਤੇ ਧਮਕੀ ਜਿਹੜੀ ਆ ਕੈਵਿਨ ਮਕਾਰਥੀ ਉਹਨਾਂ ਨੂੰ ਦਿੱਤੀ ਸੀ ਵੀ ਜੇ ਤੁਸੀਂ ਸਾਡੇ ਨਾਲ, ਸਾਡੀ ਫਰੀडम ਕਾਕਸ ਦੇ ਨਾਲ ਮਿਲ ਕੇ ਨਹੀਂ ਚੱਲਦੇ ਤਾਂ ਭਾਈ ਤੁਹਾਡਾ ਜਿਹੜਾ ਅਸੀਂ ਜੌਬ ਆ ਉਸ ਨੂੰ ਵੀ ਵਾਪਸ ਲੈ ਲਵਾਂਗੇ। ਯਾਦ ਹੋਣਾ ਜਦੋਂ ਹਾਊਸ ਦੀ ਸਪੀਕਰਸ਼ਿਪ ਦਾ ਮਸਲਾ ਜਿਹੜਾ ਬਣਿਆ ਸੀ, ਕਿੰਨੇ ਦਿਨ ਇਹ ਗੱਲ ਇਸੇ ਲਈ ਹੀ ਜਿਹੜੀ ਆ ਉਹ ਅਟਕੀ ਰਹੀ ਸੀ ਤੇ ਇਵੈਂਚੁਅਲੀ ਇਹਨਾਂ ਨੇ ਕੈਵਿਨ ਮਕਾਰਥੀ ਨੂੰ ਇਹ ਗੱਲਾਂ ਕਹਿ ਕੇ ਸਪੀਕਰਸ਼ਿਪ ਜਿਹੜੀ ਉਹ ਦਵਾਈ ਸੀ ਵੀ ਭਾਈ ਸਾਡੇ ਨਾਲ ਤੁਹਾਨੂੰ ਮਿਲ ਕੇ ਚੱਲਣਾ ਪੈਣਾ, ਸਾਡੀਆਂ ਮੰਗਾਂ ਜਿਹੜੀਆਂ ਉਹ ਚੱਲਣਾ ਪੈਣੀਆਂ ਆ। ਫਲੋਰੀਡਾ ਦੇ ਰਿਪਬਲਿਕਨ ਨੇ 41 ਸਾਲਾਂ ਦੇ ਨੇ, ਇਹ ਲਗਾਤਾਰ ਜਿਹਦੇ ਰੈਜ਼ੋਲੂਸ਼ਨਸ ਆ ਉਸ ਦੇ ਅਗੇਂਸਟ ਚੱਲ ਰਹੇ ਆ, ਜਿਹੜੇ ਕੈਵਿਨ ਮਕਾਰਥੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ ਹੈਗਾ ਆ। ਇਹਨਾਂ ਦੀ ਜਿਹੜੀ ਫਰੀडम ਕਾਕਸ ਆ ਉਹਨਾਂ ਦੇ ਵਿੱਚੋਂ ਇਹਨਾਂ ਦੇ ਫਰੈਂਡ ਨੇ ਕਿਹਾ ਆ ਹੀ ਵਾਂਟਸ ਕੈਵਿਨ। ਸੋ ਕੈਵਿਨ ਮਕਾਰਥੀ ਹੁਣਾਂ ਨੂੰ ਬੇਸਿਕਲੀ ਆਪਣੇ ਅਧੀਨ ਕੰਮ ਕਰਾਉਣਾ ਚਾਹੁੰਦੇ ਆ। ਉਹ ਤਾਂ ਜੇ ਦੇਖਿਆ ਜਾਵੇ ਹਾਇਰਾਰਕੀ ਦੇ ਵਿੱਚ ਹਾਊਸ ਦੇ ਸਪੀਕਰ ਦੀ ਹਾਇਰਾਰਕੀ ਦੇ ਵਿੱਚ ਲੈਵਲ ਬਹੁਤ ਉੱਤੇ ਹੈਗਾ ਆ ਇੱਕ ਹਾਊਸ ਦੇ ਰਿਪਰੈਜ਼ੈਂਟੇਟਿਵ ਦੇ ਨਾਲੋਂ, ਪਰ ਫਿਰ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਸੂਤਾ ਇਸ ਟਾਈਮ ਮਕਾਰਥੀ ਹੁਣਾਂ ਨੂੰ ਫਸਾਇਆ ਆ, ਉਸ ਦੇ ਵਿੱਚ ਮਸਲਾ ਮਕਾਰਥੀ ਹੁਣਾਂ ਦੇ ਲਈ ਵੀ ਗੰਭੀਰ ਬਣਦਾ ਜਾ ਰਿਹਾ ਆ। ਲੀਡਰਸ਼ਿਪ ਉਹ ਦਿਖਾ ਸਕਣਗੇ ਜਾਂ ਨਹੀਂ, ਇਹ ਹੁਣ ਇੱਕ ਵੱਡਾ ਮਸਲਾ ਆ, ਨਹੀਂ ਤਾਂ ਸਪੀਕਰਸ਼ਿਪ ਤਾਂ ਇਹਨਾਂ ਦੀ ਜਾਂਦੀ ਲੱਗੇਗੀ।
ਜੀ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕੈਲੀਫੋਰਨੀਆ ਨੂੰ ਆ ਰਹੇ ਆ ਐਗਜ਼ੈਕਟਲੀ 2 ਦਿਨਾਂ ਤੋਂ ਬਾਅਦ, ਜਦੋਂ ਹੀ ਇੱਥੇ ਉਹਨਾਂ ਦੀ ਵੇਟ ਹੋਈ ਸੀ ਕੁਛ ਕੈਂਡੀਡੇਟਸ ਦੀ, ਰਿਪਬਲਿਕਨਸ ਦੀ, ਕਿਉਂਕਿ ਜੋ ਰਿਪਬਲਿਕਨਸ ਹੈਗੇ ਆ, ਉਹ ਅੱਜ ਦੀ ਡੇਟ ਦੇ ਵਿੱਚ ਵੀ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਉਹਨਾਂ ਦੀ ਲੀਨਿੰਗ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਵੱਲ ਹੈਗੀ ਆ। 2024 ਦੇ GOP ਦੇ ਜੋ ਕੰਟੈਂਡਰਸ ਆ, ਉਹ ਐਨਾਹੇਮ ਦੇ ਵਿੱਚ ਇੱਕ GOP ਦੀ ਫਾਲ ਕਨਵੈਨਸ਼ਨ ਹੋਣ ਜਾ ਰਹੀ ਆ ਫਰਾਈਡੇ ਤੇ ਸੈਚਰਡੇ ਨੂੰ, ਅੱਜ ਤੇ ਕੱਲ, ਤੇ ਉਸ ਦੇ ਸੰਬੰਧ ਦੇ ਵਿੱਚ ਆਲਰੇਡੀ ਉਹ ਆ ਰਹੇ ਆ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਤੇ ਸਾਊਥ ਕੈਰੋਲੀਨਾ ਦੇ ਸੈਨੇਟਰ ਟਿਮ ਸਕਾਟ, ਉਹ ਫਰਾਈਡੇ ਨੂੰ ਬੋਲਣਗੇ, ਤੇ ਵਿਵੇਕ ਰਾਮਾਸਵਾਮੀ ਉਹ ਸੈਚਰਡੇ ਨੂੰ ਬੋਲਣਗੇ। ਕੈਲੀਫੋਰਨੀਆ ਦੇ 54 ਦੇ ਕਰੀਬ ਇਲੈਕਟਰਲ ਵੋਟਸ ਹੈਗੇ ਆ। ਈਵਨ ਦੋ ਜਨਰਲ ਇਲੈਕਸ਼ਨ ਦੇ ਵਿੱਚ ਡੈਮੋਕ੍ਰੇਟ ਇੱਥੋਂ ਜਿੱਤਦੇ ਆ, ਪਰ ਰਿਪਬਲਿਕਨ ਪ੍ਰਾਇਮਰੀ ਦੇ ਵਿੱਚ ਜੇ ਟਰੰਪ ਹੁਣੀ 50% ਤੋਂ ਵੱਧ ਵੋਟਸ ਲੈ ਜਾਂਦੇ ਆ, ਤੇ ਉਹਨਾਂ ਨੂੰ ਪੂਰੇ ਦੇ ਪੂਰੇ ਜਿਹੜੇ 54 ਇਲੈਕਟਰਲ ਵੋਟਸ ਆ ਉਹ ਮਿਲ ਜਾਣੇ ਆ, ਕਿਉਂਕਿ ਕੈਲੀਫੋਰਨੀਆ ਬਹੁਤ ਵੱਡੀ ਸਟੇਟ ਆ, ਤੇ ਐਜ਼ ਏ ਰਿਪਬਲਿਕਨ ਕੈਂਡੀਡੇਟ ਉਹਨਾਂ ਨੂੰ ਜਿਹੜਾ ਆ ਬੂਸਟ ਮਿਲੂਗਾ, ਈਵਨ ਦੋ ਕੈਲੀਫੋਰਨੀਆ ਜਦੋਂ ਜਨਰਲ ਇਲੈਕਸ਼ਨ ਆਣੀ ਆ ਉਹਦੇ ਵਿੱਚ ਲੂਜ਼ ਵੀ ਕਰ ਸਕਦੇ ਆ। ਜੀ ਬਿਲਕੁਲ, ਕੁਛ ਨਹੀਂ, ਸਿਰਫ ਟਰੰਪ ਹੁਣਾਂ ਨੇ ਨਹੀਂ ਹਿੱਸਾ ਲਿਆ, ਬਾਕੀ ਸਾਰਿਆਂ ਨੇ ਹੀ ਹਿੱਸਾ ਲਿਆ ਸੀ। ਜਿਹੜਾ ਰੀਸੈਂਟਲੀ ਕੱਲ ਪਰਸੋਂ ਦੇ ਵਿੱਚ ਹੋਇਆ ਜੀ, ਸੀ, ਟਰੰਪ ਟਰੰਪ ਹੋਣਿਆਂ ਤੋਂ ਬਾਅਦ ਸਾਰੇ ਬਾਕੀ ਸਾਰਿਆਂ ਨੇ ਲਿਆ ਸੀ। ਹਾਂ ਜੀ, ਤੇ ਉਹਦੇ ਵਿੱਚ ਵੀ ਚੰਗਾ ਰੌਲਾ ਰੱਪਾ ਪਿਆ। ਕ੍ਰਿਸ ਕ੍ਰਿਸਟੀ ਨੇ ਨਵਾਂ ਨਾਂ ਦੇ ਦਿੱਤਾ ਡੋਨਲਡ ਟਰੰਪ ਨੂੰ, ਕਹਿੰਦੇ ਵੀ ਉਹ ਹਰ ਇੱਕ ਚੀਜ਼ ਦੇ ਵਿੱਚ ਡੱਕ ਕਰ ਰਹੇ ਆ, ਸੋ ਇਹ ਕਹਿੰਦੇ ਵੀ ਇਹ ਡੋਨਲਡ ਟਰੰਪ ਨਹੀਂ, ਇਹ ਡੋਨਲਡ ਡੱਕ ਆ। ਉਹ ਚੀਜ਼ ਬੜੀ ਟ੍ਰੈਂਡ ਕੀਤੀ। ਜਿਹੜਾ ਵਿਵੇਕ ਰਾਮਾਸਵਾਮੀ ਸੀ, ਜਦ ਉਹ ਬੋਲ ਰਿਹਾ ਸੀ, ਨਿੱਕੀ ਹੇਲੀ ਬੋਲਦੀ ਵੀ ਜਦੋਂ ਵੀ ਤੂੰ ਬੋਲਦਾ ਤੇ ਮੈਂ ਆਪਣੇ ਆਪ ਨੂੰ ਹੋਰ ਡੰਮਰ ਮਹਿਸੂਸ ਕਰਦੀ ਆ। ਇਹ ਬੋਲਦੇ ਬੋਲਦੇ ਰਾਮਾਸਵਾਮੀ ਦੇ ਨਾਲ ਜਿਹੜਾ ਆ ਕਾਫੀ ਜਿਹੜੇ ਸਿੰਘ ਆ ਉਹ ਫਸਦੇ ਨਜ਼ਰ ਆਏ। ਇੱਕ ਟਾਈਮ ਦੇ ਉੱਤੇ ਰਾਮਾਸਵਾਮੀ ਗਲਤੀ ਦੇ ਨਾਲ ਇਹ ਕਹਿ ਗਿਆ ਵੀ ਥੈਂਕਸ ਫॉर ਸਪੀਕਿੰਗ ਵਾਈਲ ਆਈ ਐਮ ਇੰਟਰਪਟਿੰਗ, ਜਦ ਕੀ ਗੱਲ ਉਹ ਆਪ ਕਰ ਰਿਹਾ ਸੀ। ਕਹਿਣਾ ਉਹਨੇ ਇਹ ਸੀਗਾ ਵੀ ਇੰਟਰਪਟ ਕਰਨ ਦੇ ਲਈ ਧੰਨਵਾਦ ਜਦੋਂ ਮੈਂ ਬੋਲ ਰਿਹਾ ਆ। ਸੋ ਬਹੁਤ ਕੁਛ ਜਿਹੜਾ ਉੱਥੇ ਵਾਪਰਿਆ ਹੈਗਾ ਆ। ਉੱਥੇ ਜਿਹੜੇ ਰਾਮਾਸਵਾਮੀ ਦੇ ਨਾਂ ਉੱਤੇ ਦੋਸ਼ ਜਿਹੜੇ ਉਹ ਵੀ ਲੱਗੇ ਵੀ ਇਹ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਨਾਲ ਜੁੜ ਕੇ ਵੀ ਚੱਲਿਆ ਹੈਗਾ ਆ। ਜ਼ਿਆਦਾ ਉਮਰ ਨਹੀਂ ਆ, 35-36 ਸਾਲ ਦਾ, 36-37 ਸਾਲ ਉਮਰ ਆ ਉਸਦੀ ਮਹਿਜ ਵਿਵੇਕ ਰਾਮਾਸਵਾਮੀ ਦੀ, ਤੇ ਉਹ ਇੱਕ ਕਾਫੀ ਫਾਇਰ ਬ੍ਰਾਂਡ ਦੇ ਵਜੋਂ ਰਿਪਬਲਿਕਨ ਪਾਰਟੀ ਦੇ ਵਿੱਚ ਉੱਭਰ ਕੇ ਆ ਰਿਹਾ ਆ। ਕਈ ਲੋਕ ਉਸ ਨੂੰ ਟਰੰਪ ਦੀ ਰਿਪਲੇਸਮੈਂਟ ਦੇ ਵਜੋਂ ਵੀ ਦੇਖਦੇ ਨੇ, ਜਿੱਦਾਂ ਦੀਆਂ ਉਸ ਦੀਆਂ ਧਾਕੜ ਗੱਲਾਂ ਕਹਿੰਦੇ ਆ ਵੀ ਜਿਹੜੀਆਂ ਉਹ ਹੁੰਦੀਆਂ ਆ। ਪਰ ਹੁਣ ਦੇਖੋ ਇਸ ਵਾਰ ਕਿਸ ਤਰੀਕੇ ਦੇ ਨਾਲ ਅੱਗੇ ਗੱਲ ਵੱਧਦੀ ਆ। ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਈਲਨ ਮਸਕ ਰੌਨ ਡਿਸੈਂਟਿਸ ਦੇ ਹੱਕ ਦੇ ਵਿੱਚ ਜਿਹੜਾ ਉਹ ਚੱਲ ਰਿਹਾ, ਪਰ ਰੌਨ ਡਿਸੈਂਟਿਸ ਕਿਤੇ ਕੋਈ ਬਹੁਤੀ ਜਿਹੜੀ ਕਹਿ ਸਕਦੇ ਹਾਂ ਵੀ ਹਿਲਜੁਲ ਕਰਨ ਦੇ ਵਿੱਚ ਅਜੇ ਵੀ ਨਾਕਾਮਯਾਬ ਰਹਿ ਰਿਹਾ ਆ। ਉਸਨੇ ਆਪਣੇ ਕੈਂਪੇਨ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਕੀਤੀਆਂ ਨੇ, ਕਈ ਵਾਰ ਕਰ ਚੁੱਕਾ ਆ, ਪਰ ਅਜੇ ਵੀ ਉਸਦਾ ਕੈਂਪੇਨ ਦੀ ਲੀਹ ਦੇ ਉੱਤੇ ਜਿਹੜਾ ਉਹ ਨਹੀਂ ਚੱਲ ਰਿਹਾ ਹੈਗਾ ਜੀ। ਤੇ ਆਪਣਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ ਜੀ। ਬਿਲਕੁਲ ਜੀ, ਖਬਰਾਂ ਦਾ ਸਮਾਂ ਸਮਾਪਤ ਹੈ, ਤੇ ਹੁਣ ਆਪਾਂ ਸਰੋਤਿਆਂ ਨੂੰ ਜਿਹੜਾ ਉਹ ਮਿਲਾਂਗੇ ਅਗਲੀ ਵਾਰ, ਤੇ ਉਦੋਂ ਇੱਕ ਤੱਕ ਵਾਰੀ ਦੀ ਫੇਰ ਜਿਹੜਾ ਇਜਾਜ਼ਤ। ਕੱਲ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ USA ਦੇ ਜੋ ਸਟੂਡੀਓ ਫ੍ਰਿਜ਼ਨੋ ਹੈਗਾ ਉੱਥੇ, ਉਹਦੇ ਬਾਰੇ ਥੋੜੀ ਜਿਹੀ ਡਿਟੇਲ ਦੱਸ ਦਿਓ। ਜੀ ਬਿਲਕੁਲ ਜੀ, ਸੰਦੜੀ ਜਿਹੜਾ ਪ੍ਰੋਗਰਾਮ ਹੋਊਗਾ, ਇਹ ਦੂਸਰੀ ਵਾਰ ਇਦਾਂ ਦਾ ਆਪਾਂ ਪ੍ਰੋਗਰਾਮ ਉਹ ਕਰਾ ਰਹੇ ਆ। ਪਹਿਲਾਂ ਵੀ ਬੀਬੀਆਂ ਦਾ ਬੱਚਿਆਂ ਦਾ ਇਹ ਪ੍ਰੋਗਰਾਮ ਹੋਇਆ ਸੀ ਕੁਛ ਵਾਰੇ ਪਹਿਲਾਂ, ਵਿੱਚ ਦੌਰਾਨ ਕੋਵਿਡ ਆ ਗਿਆ ਸੀ, ਪਰ ਇਸ ਵਾਰ ਪੂਰੀ ਕਹਿ ਲਓ ਵੀ ਧੂਮਧਾਮ ਦੇ ਨਾਲ ਹੋਣਾ ਆ। ਵਧੀਆ ਢੰਗ ਦੇ ਨਾਲ ਵਿਰਸੇ ਦੀਆਂ ਬਾਤਾਂ ਜਿਹੜੀਆਂ ਉਹ ਪੈਣਗੀਆਂ, ਗੱਲਾਂ ਬਾਤਾਂ ਵਿਰਸੇ ਦੀਆਂ ਹੋਣਗੀਆਂ। ਬੱਚਿਆਂ ਦੇ ਖੇਡਣ ਦੇ ਲਈ ਕੁਛ, ਬੀਬੀਆਂ ਦੇ ਲਈ ਬੰਦਿਆਂ ਦੀਆਂ ਜਿਹੜੀਆਂ ਉਹ ਖੇਡਾਂ ਵੀ ਜਿਹੜੀਆਂ ਨਾਲ ਕਰਵਾਈਆਂ ਜਾਣਗੀਆਂ। ਫਨ ਐਕਟੀਵਿਟੀਜ਼, ਫੈਮਿਲੀ ਐਕਟੀਵਿਟੀਜ਼ ਜਿਹੜੀਆਂ ਉੱਥੇ ਹੋਣਗੀਆਂ। ਖਾਣ ਪੀਣ ਦੇ ਸਟਾਲ ਹੋਣਗੇ, ਖਰੀਦੋ ਫਰੋਖਤ ਦੇ ਜਿਹੜੇ ਆ ਉਹ ਵੀ ਸਟਾਲ ਜਿਹੜੇ ਉੱਥੇ ਹੋਣਗੇ। ਸੋ ਪਰਿਵਾਰਾਂ ਸਮੇਤ ਹੁਮ ਹੁਮਾ ਕੇ ਤੁਸੀਂ ਜਿਹੜਾ ਉਹ ਪਹੁੰਚੋ, ਤੇ ਵਧੀਆ ਪੂਰਾ ਪ੍ਰਬੰਧ ਆ। ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਦਾ ਜਿਹੜਾ ਸਾਂਝਾ ਕੰਪਲੈਕਸ ਆ, 2125 ਨਾਰਥ ਬਾਰਟਨ ਐਵਨਿਊ, 2125 ਨਾਰਥ ਬਾਰਟਨ ਐਵਨਿਊ, ਇੱਥੇ ਜਿਹੜਾ ਇਹ ਪ੍ਰੋਗਰਾਮ ਆ ਉਹ ਉਲੀਕਿਆ ਗਿਆ ਆ। ਸੋ ਜ਼ਰੂਰ ਹੁਮ ਹੁਮਾ ਕੇ ਪਰਿਵਾਰਾਂ ਸਮੇਤ ਜਿਹੜਾ ਉਹ ਪਹੁੰਚੋ। ਵਿਰਸੇ ਦੀਆਂ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਚੀਜ਼ਾਂ ਆ ਉਹ ਤੁਹਾਡੇ ਲਈ ਜਿਹੜੀਆਂ ਉੱਥੇ
ਪੇਸ਼ ਕੀਤੀਆਂ ਜਾਣਗੀਆਂ। ਨੁਮਾਇਸ਼ ਵੀ ਜਿਹੜੀ ਉੱਥੇ ਉਸ ਚੀਜ਼ ਦੀ ਲੱਗੇਗੀ, ਪ੍ਰਦਰਸ਼ਨੀ ਹੋਵੇਗੀ। ਸੋ ਜ਼ਰੂਰ ਹੁਮ ਹੁਮਾ ਕੇ ਪਹੁੰਚੋ ਤੇ ਬੀਬੀਆਂ ਜਿਹੜੀਆਂ ਖਾਸ ਕਰਕੇ ਪੁਰਾਣੀਆਂ ਚੀਜ਼ਾਂ ਯਾਦ ਕਰਕੇ ਆ ਜਾਣ ਜੀ। ਘੋੜੀਆਂ, ਸੁਹਾਗ, ਸਿੱਠਣੀਆਂ, ਚਾਹੇ ਟੱਪੇ ਆ, ਲੰਮੀ ਹੇਕ ਵਾਲੇ ਗੀਤ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਕਰਵਾਈਆਂ ਜਾਣਗੀਆਂ। ਸੋ ਪੂਰਾ ਮਨਪਰਚਾਵਾ, ਪੂਰਾ ਮਨੋਰੰਜਨ ਜਿਹੜਾ ਉਸ ਦੇ ਵਿੱਚ ਹੋਊਗਾ। ਪਰਿਵਾਰਿਕ ਫੈਮਿਲੀ ਇਵੈਂਟ ਹੈਗਾ ਆ, ਫੈਮਿਲੀ ਓਰੀਐਂਟਡ ਪ੍ਰੋਗਰਾਮ ਹੈਗਾ ਆ। ਪਰਿਵਾਰਾਂ ਨੂੰ ਮੁੱਖ ਰੱਖ ਕੇ, ਸੱਭਿਆਚਾਰ ਨੂੰ ਮੁੱਖ ਰੱਖ ਕੇ ਇਹ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਆ। ਸੋ ਤੁਹਾਨੂੰ ਬੇਨਤੀ ਆ ਵੀ ਹੁਮ ਹੁਮਾ ਕੇ ਤੁਸੀਂ ਜਿਹੜਾ ਜੀ। ਜੀ ਇਸ ਪ੍ਰੋਗਰਾਮ ਸੋ 'ਚ ਜੇ ਸ਼ਮੂਲੀਅਤ ਕਰੋ। ਤੁਹਾਡੇ ਕੋਲ ਵੀ ਕੋਈ 40, 50, 60, 70 ਸਾਲ ਆਪਣੇ ਬਜ਼ੁਰਗਾਂ ਦੀ ਕੋਈ ਚੀਜ਼ ਹੱਥੀਂ ਬਣਾਈ ਹੈਗੀ ਆ, ਉਹ ਵੀ ਜ਼ਰੂਰ ਲੈ ਕੇ ਆਇਓ, ਤਾਂ ਕਿ ਬਿਲਕੁਲ ਜੀ। ਜਿੰਨੇ ਜਿਹੜੇ ਸਰੋਤੇ ਉਹ ਦੇਖ ਕਈ ਵਾਰੀ ਤਾਂ ਸਰਾਣਿਆਂ ਦੇ ਸ਼ਾਟ ਹੁੰਦੇ ਆ ਤੇ ਕਈ ਵਾਰੀ ਖੇਸ ਹੁੰਦਾ ਆ। ਚਾਹੇ ਪੱਖੀਆਂ ਕਈ ਤਰ੍ਹਾਂ ਬਹੁਤ ਦੇ ਪੱਖੀਆਂ, ਪਿਛਲੀ ਕਈ ਬਹੁਤ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਆ। ਬਾਕੀ ਅੱਜ ਜਿਹੜਾ ਸ਼ਾਮ ਵਾਲਾ ਭੈਣਾਂ ਦਾ ਪ੍ਰੋਗਰਾਮ ਹੋਣਾ ਆ, ਉਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਸ ਦੇ ਉੱਤੇ ਜਿਹੜਾ ਉਹ ਜ਼ੋਰ ਦੇ ਕੇ ਗੱਲ ਕੀਤੀ ਜਾਊਗੀ। ਤੇ ਕੱਲ ਨੂੰ ਉਡੀਕ ਰਹੂਗੀ ਸਾਰਿਆਂ ਦੇ। ਅਸੀਂ ਉਡੀਕਵਾਨ ਆ ਤੇ ਹੁਮ ਹੁਮਾ ਕੇ ਪਹੁੰਚੋ। ਸਾਰੇ ਤਰ੍ਹਾਂ ਦੇ ਪ੍ਰਬੰਧ ਜਿਹੜੇ ਉਹ ਮੁਕੰਮਲ ਨੇ। ਤੇ ਐਡਰੈਸ ਤੁਹਾਨੂੰ ਫੇਰ ਦੱਸਦੇ ਜਾਈਏ, 2125 ਨਾਰਥ ਬਾਰਟਨ ਐਵਨਿਊ, 2125 ਨਾਰਥ ਬਾਰਟਨ ਐਵਨਿਊ ਦੇ ਉੱਤੇ ਇਹ ਪ੍ਰੋਗਰਾਮ ਹੋਣਾ। ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ। ਬੱਚਿਆਂ ਦੇ ਲਈ ਬਾਉਂਸ ਹਾਊਸ, ਜੰਪਰ ਵਗੈਰਾ ਉਹਦਾ ਪ੍ਰਬੰਧ ਵੀ ਆ ਉਹ ਕੀਤਾ ਗਿਆ ਆ। ਕਿਉਂਕਿ ਇੱਦਾਂ ਵੀ ਹੁੰਦਾ ਨਾ, ਫਿਰ ਬੀਬੀਆਂ ਨੇ ਕਹਿਣਾ ਵੀ ਅਸੀਂ ਨਿਆਣੇ ਸਾਂਭੀਏ ਜਾਂ ਇੰਜੋਏ ਕਰੀਏ। ਸੋ ਨਿਆਣੇ ਤੁਸੀਂ ਉਹਦੇ ਵਿੱਚ ਰੱਖ ਸਕਦੇ, ਨਿਆਣੇ ਆਪੋ ਆਪਣਾ ਇੰਜੋਏ ਕਰੀ ਜਾਣਗੇ, ਤੁਸੀਂ ਆਪਣਾ ਇੱਧਰਲੇ ਪਾਸੇ ਇੰਜੋਏ ਜਿਹੜਾ ਉਹ ਕਰਿਓ। ਪੂਰੇ ਸਾਰਿਆਂ ਦੇ ਲਈ ਇਹ ਖੁੱਲ੍ਹਾ ਸੱਦਾ। ਇਹ ਨਾ ਸੋਚਿਓ ਵੀ ਇਕੱਲੇ ਬੱਚੇ ਤੇ ਬੀਬੀਆਂ ਹੀ ਆ, ਬੰਦੇ ਵੀ ਜਿਹੜੇ ਇਸ ਦੇ ਵਿੱਚ ਆ ਸਕਦੇ ਆ। ਉਹਨਾਂ ਦੇ ਲਈ ਵੀ ਆਪਾਂ ਜਿਹੜੇ ਪ੍ਰੋਗਰਾਮ ਉਸ ਦੇ ਵਿੱਚ ਜ਼ਰੂਰ ਰੱਖੇ ਹੈਗੇ ਆ। ਸੋ ਪੂਰਾ ਫੈਮਿਲੀ ਓਰੀਐਂਟਡ ਪ੍ਰੋਗਰਾਮ ਆ, ਇਹ ਕੱਲ ਨੂੰ ਹੋਊਗਾ। ਸੋ ਆਓ, ਸਾਰਿਆਂ ਨੂੰ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ, ਹੁਮ ਹੁਮਾ ਕੇ ਜਿਹੜਾ ਉਹ ਜ਼ਰੂਰ ਪਹੁੰਚਣਾ ਜੀ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ੍ਰੀ ਅਕਾਲ। ਅਕਾਲ।